पिछली वीडियो विच श्री गुरु ग्रंथ साहिब जी दीआं प्रचलित भीड़ां विच पै चुकियां अशुद्धियां बारे एक समीखिया पेश कीती सी। ਇਹ ਵੀਡੀਓ ਉਸੇ ਵਿਸ਼ੇ ਦੀ ਇੱਕ ਨਿਰੂਪਣ ਵਿਆਖਿਆ ਹੈ। ਭਾਵ ਇਸ ਗੱਲ ਦੀ ਵਿਚਾਰ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਅਸ਼ੁੱਧੀਆਂ ਦਾ ਮਸਲਾ ਕਿਉਂ ਤੇ ਕਿਵੇਂ ਵਜੂਦ ਵਿੱਚ ਆਇਆ। ਇਸ ਸਬੰਧ ਵਿੱਚ ਸਾਡੇ ਸਾਹਮਣੇ ਤਿੰਨ ਵਿਕਲਪਿਕ ਅਥਵਾ ਤਿੰਨ ਵੱਖਰੇ ਸਪਸ਼ਟ ਅਤੇ ਨਿਆਰੇ ਨਿਰੂਪਣ ਵਿਚਾਰ ਆਉਂਦੇ ਹਨ। ਪਹਿਲਾ ਇਹ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਅਸ਼ੁੱਧੀਆਂ ਮੂਲ ਰੂਪ ਵਿੱਚ ਉਤਾਰੇ ਦੀਆਂ ਗਲਤੀਆਂ ਹਨ। ਉਤਾਰੇ ਕਰਨ ਦੀ ਕਿਰਿਆ ਦੇ ਨਾਲ ਸੰਬੰਧਿਤ ਗਲਤੀਆਂ ਹਨ, ਭਾਵ ਮਨੁੱਖੀ ਭੁੱਲਾਂ ਹਨ। ਆਖਰਕਾਰ ਪੁਰਾਤਨ ਬੀੜਾਂ ਦੇ ਉਤਾਰੇ ਹੱਥ ਲਿਖਤ ਹੁੰਦੇ ਸਨ ਤੇ ਹੱਥੀਂ ਲਿਖਣ ਦੀ ਕਿਰਿਆ ਹੀ ਐਸੀ ਹੈ ਜਿਸ ਰਾਹੀਂ ਅਸ਼ੁੱਧੀਆਂ ਦਾ ਆ ਜਾਣਾ ਕੁਦਰਤੀ ਸੀ। ਇਸ ਤੋਂ ਇਲਾਵਾ ਅਨੇਕਾਂ ਪੁਰਾਤਨ ਬੀੜਾਂ ਦੇ ਹੱਥ ਲਿਖਤ ਉਤਾਰੇ ਪੁਜਾਰੀ ਲੋਕਾਂ ਦੀ ਦੇਣ ਹੈ, ਜਿਨ੍ਹਾਂ ਵਿੱਚੋਂ ਬਹੁਤੇ ਹਿੰਦੀ ਦੇ ਗਿਆਤਾ ਸਨ, ਨਾ ਕਿ ਪੰਜਾਬੀ ਦੇ, ਜਿਸ ਕਰਕੇ ਅਸ਼ੁੱਧੀਆਂ ਦੀ ਰੁਝਾਨ ਦਿਨ ਬ ਦਿਨ ਵੱਧਦੀ ਗਈ। ਜਦੋਂ ਹੱਥ ਲਿਖਤ ਉਤਾਰਿਆਂ ਦਾ ਜ਼ਮਾਨਾ ਛਾਪੇਖਾਨੇ ਵਿੱਚ ਤਬਦੀਲ ਹੋ ਗਿਆ ਤਾਂ ਛਪਾਈ, ਟਾਈਪ ਸੈਟਿੰਗ ਅਤੇ ਪ੍ਰੂਫ ਸ਼ੋਧਨ ਦੀਆਂ ਕਿਰਿਆਵਾਂ ਮਨੁੱਖੀ ਭੁੱਲਾਂ ਦਾ ਹਿੱਸਾ ਬਣ ਗਈਆਂ। ਖਾਸ ਕਰਕੇ ਜਦੋਂ ਇਹਨਾਂ ਲਾਜ਼ਮੀ ਪ੍ਰਕਿਰਿਆਵਾਂ ਨੂੰ ਅਣਗੌਲਿਆ ਕਰ ਦਿੱਤਾ, ਲੋੜੀਂਦਾ ਧਿਆਨ ਨਹੀਂ ਦਿੱਤਾ ਜਾਂ ਫਿਰ ਬੇਕਦਰੀ ਤਰੀਕੇ ਨਾਲ ਨਿਭਾਇਆ। ਆਖਰਕਾਰ ਇਹ ਸਾਰੀਆਂ ਲਾਜ਼ਮੀ ਪ੍ਰਕਿਰਿਆਵਾਂ ਵੀ ਮਨੁੱਖਾਂ ਨੇ ਹੀ ਨਿਭਾਈਆਂ। ਮਨੁੱਖੀ ਭੁੱਲ ਦਾ ਛੋਟਾ ਨਿਰੂਪਣ ਹੈ ਜਿਸ ਨੂੰ ਅਸੀਂ ਤਕਨੀਕੀ ਗਲਤੀਆਂ ਦਾ ਸਿਰਲੇਖ ਦੇ ਸਕਦੇ ਹਾਂ। ਤਕਨੀਕੀ ਗਲਤੀਆਂ ਖਾਸ ਕਰਕੇ ਟਾਈਪ ਸੈੱਟ ਦੇ ਜ਼ਮਾਨੇ ਵਿੱਚ ਵੱਡੇ ਰੂਪ ਵਿੱਚ ਸਾਡੇ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ। ਇੱਕ ਇੱਕ ਅੱਖਰ ਤੇ ਇੱਕ ਇੱਕ ਲਗ ਮਾਤਰ ਜੋੜ ਕੇ ਇੱਕ ਸਫ਼ਾ ਤਿਆਰ ਕੀਤਾ ਜਾਂਦਾ ਸੀ। ਕਿਤੇ ਕੋਈ ਅੱਖਰ ਡਿੱਗ ਪੈਂਦਾ ਸੀ, ਕਿਤੇ ਗਲਤ ਥਾਂ ਜਾਂ ਗਲਤ ਜਗ੍ਹਾ 'ਤੇ ਲਗਾਇਆ ਜਾਂਦਾ ਸੀ, ਜਾਂ ਕਿਧਰੇ ਕੋਈ ਅੱਖਰ ਜਾਂ ਲਗ ਮਾਤਰ ਉਂਝ ਹੀ ਖਤਮ ਹੋ ਜਾਂਦਾ ਸੀ। ਸੋ ਇਹ ਸਾਰੀਆਂ ਅਣਗਹਿਲੀਆਂ ਛਪੀ ਹੋਈ ਬੀੜ ਵਿੱਚ ਅਸ਼ੁੱਧੀਆਂ ਤੇ ਗਲਤੀਆਂ ਦਾ ਰੂਪ ਧਾਰਨ ਕਰਦੀਆਂ ਗਈਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਅਸ਼ੁੱਧੀਆਂ ਦਾ ਦੂਜਾ ਕਾਰਨ ਗੁਰਬਾਣੀ ਦੀ ਪੇਸ਼ਕਾਰੀ ਢੰਗ ਵਿੱਚ ਆਏ ਵਿਕਾਸ ਨਾਲ ਸੰਬੰਧਿਤ ਹੈ। ਜ਼ਮਾਨੇ ਵਿੱਚ ਆਈਆਂ ਤਬਦੀਲੀਆਂ ਦਾ ਸਦਕਾ ਗੁਰਬਾਣੀ ਦੀ ਪੇਸ਼ਕਸ਼ ਜਾਂ ਗੁਰਬਾਣੀ ਦੀ ਪੇਸ਼ਕਾਰੀ ਢੰਗ ਵਿੱਚ ਵੀ ਤਬਦੀਲੀਆਂ ਦੀ ਲੋੜ ਭਾਖੀ ਗਈ। ਜੁੜਵੀਂ ਪੇਸ਼ਕਾਰੀ ਖਤਮ ਹੁੰਦੀ ਗਈ ਤੇ ਪਦਛੇਦ ਰੂਪ ਸਾਡੇ ਸਾਹਮਣੇ ਆਉਣਾ ਸ਼ੁਰੂ ਹੋ ਗਿਆ। ਦੂਜਾ ਵਿਕਾਸ ਪੱਥਰ ਦੇ ਛਾਪੇ ਤੋਂ ਟਾਈਪ ਸੈੱਟ ਅਤੇ ਟਾਈਪ ਸੈੱਟ ਤੋਂ ਫਿਰ ਪਲੇਟ ਛਪਾਈ ਦਾ ਵਿਕਾਸ ਹੋਇਆ। ਹਰ ਵਾਰੀ ਜਦ ਛਪਾਈ ਦਾ ਤਰੀਕਾ ਬਦਲਦਾ ਹੈ, ਪੁਰਾਣੀਆਂ ਅਸ਼ੁੱਧੀਆਂ ਕਾਇਮ ਰਹਿ ਜਾਂਦੀਆਂ ਹਨ ਤੇ ਨਵੀਆਂ ਵਜੂਦ ਵਿੱਚ ਆ ਜਾਂਦੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਅਸ਼ੁੱਧੀਆਂ ਦਾ ਤੀਜਾ ਨਿਰੂਪਣ ਹੈ ਸਿੱਖੀ ਵਿੱਚ ਪੁਜਾਰੀਵਾਦ ਦਾ ਪਧਾਰਨਾ ਜਾਂ ਪੁਜਾਰੀ ਤਬਕੇ ਦਾ ਪ੍ਰਵੇਸ਼ ਕਰਨਾ। ਸਿੱਖੀ ਵਿੱਚ ਪੁਜਾਰੀਵਾਦ ਦਾ ਆਮਦ ਜਾਂ ਆਉਣਾ ਤਿੰਨ ਸੰਭਾਵਨਾਵਾਂ ਜਾਂ ਤਿੰਨ ਪੱਖਾਂ ਤੋਂ ਦੇਖਿਆ ਜਾ ਸਕਦਾ ਹੈ। ਪਹਿਲਾ ਇਹ ਕਿ ਅਜਿਹੀ ਪ੍ਰਕਿਰਿਆ ਕੁਦਰਤੀ ਸੀ। ਜੇ ਅਸੀਂ ਬਾਕੀ ਦੇ ਧਰਮਾਂ ਵੱਲ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਪੁਜਾਰੀ ਤਬਕੇ ਦਾ ਧਰਮਦਾਈ ਕੇਂਦਰੀ ਸ਼ਕਤੀ ਬਣ ਕੇ ਰਹਿ ਜਾਣਾ ਇੱਕ ਕੁਦਰਤੀ ਕਿਰਿਆ ਹੈ। ਸਿੱਖੀ ਵਿੱਚ ਪੁਜਾਰੀਵਾਦ ਦੇ ਆਮਦ ਨੂੰ ਸਮਝਣ ਦਾ ਦੂਜਾ ਤਰੀਕਾ ਇਹ ਹੈ ਕਿ ਇਹ ਸਿੱਖੀ ਦੀ ਪ੍ਰਗਤੀ ਦਾ ਅੰਜਾਮ ਹੈ, ਸਿੱਖੀ ਦੀ ਤਰੱਕੀ, ਸਿੱਖੀ ਦੀ ਉੱਨਤੀ ਦਾ ਨਤੀਜਾ ਹੈ। ਖਾਸ ਕਰਕੇ ਸੰਸਥਕ ਸਿੱਖੀ ਜਾਂ ਜਥੇਬੰਦ ਸਿੱਖੀ ਜਾਂ ਆਯੋਜਿਤ ਸਿੱਖੀ, ਸਿੱਖਾਂ ਦੀ ਗਿਣਤੀ ਵਿੱਚ ਵਾਧਾ,
ਸਿੱਖ ਸੰਸਥਾਵਾਂ, ਖਾਸ ਕਰਕੇ ਗੁਰਦੁਆਰਿਆਂ ਦਾ ਫੈਲਾਓ, ਸਿੱਖੀ ਦਾ ਦੂਰ ਦਰਾਡੇ ਦੇਸ਼ ਵਿਦੇਸ਼ਾਂ ਵਿੱਚ ਫੈਲਣਾ, ਇਹ ਸਾਰਾ ਕੁਝ ਐਸੇ ਪੱਧਰ 'ਤੇ ਪਹੁੰਚ ਗਿਆ ਕਿ ਪੁਜਾਰੀ ਤਬਕੇ ਦੀ ਲੋੜ ਲਾਜ਼ਮੀ ਅਤੇ ਆਵਸ਼ਕ ਹੋ ਗਈ, ਜਿਸ ਦਾ ਸਦਕਾ ਪੁਜਾਰੀਵਾਦ ਸਥਾਪਿਤ ਹੋ ਗਿਆ ਜਾਂ ਕਾਇਮ ਹੋ ਗਿਆ। ਸਿੱਖੀ ਵਿੱਚ ਪੁਜਾਰੀਵਾਦ ਦੇ ਆਮਦ ਦੀ ਤੀਜੀ ਸੰਭਾਵਨਾ ਹੈ ਸਾਰਥਿਕ, ਕਿ ਇਹ ਤਬਕਾ ਕਿਸੇ ਮਕਸਦ, ਕਿਸੇ ਮਨੋਰਥ ਅਤੇ ਕਿਸੇ ਮੁੱਦਾ ਨੂੰ ਨਿਭਾਉਣ ਲਈ ਸਿੱਖੀ ਵਿੱਚ ਪੈਦਾ ਕੀਤਾ ਗਿਆ। ਇਹ ਤੀਜੀ ਸੰਭਾਵਨਾ ਗੁਰੂ ਨਾਨਕ ਦੀ ਸਿੱਖੀ ਨਾਲ ਖਾਸ ਤਾਲੁਕ ਰੱਖਦੀ ਹੈ, ਜੈਸੇ ਕਿ ਅਸੀਂ ਅੱਗੇ ਜਾ ਕੇ ਵਿਚਾਰਾਂਗੇ। ਸੋ ਆਓ ਪਹਿਲੇ ਪੁਜਾਰੀਵਾਦ ਦੇ ਕਿਰਦਾਰ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਪੁਜਾਰੀ ਦੀ ਪਰਿਭਾਸ਼ਾ ਜੋ ਸਾਨੂੰ ਮਿਲਦੀ ਹੈ ਉਹ ਇਹ ਹੈ ਕਿ ਪੁਜਾਰੀ ਉਹ ਵਰਗ ਹੈ ਜਿਸ ਨੂੰ ਧਾਰਮਿਕ ਕਰਮ ਕਾਂਡ ਕਰਨ ਤੇ ਨਿਭਾਉਣ ਦਾ ਅਧਿਕਾਰ ਹੋਵੇ। ਪੁਜਾਰੀ ਉਸ ਜਮਾਤ ਦਾ ਹਿੱਸਾ ਹੈ ਜੋ ਧਰਮ ਦੀਆਂ ਰੀਤਾਂ, ਰਸਮਾਂ ਤੇ ਸੰਸਕਾਰਾਂ ਨੂੰ ਨਿਭਾ ਕੇ ਰੁਜ਼ਗਾਰ ਕਮਾਉਂਦੀ ਹੋਵੇ। ਜੇਕਰ ਅਸੀਂ ਪੁਜਾਰੀ ਦੇ ਦ੍ਰਿਸ਼ਟੀਕੋਣ ਤੋਂ ਦੇਖੀਏ ਤਾਂ ਅਸੀਂ ਉਸ ਦੇ ਲਕਸ਼ ਜਾਂ ਉਸ ਦੇ ਮਨੋਰਥ ਦੀ ਪਹਿਚਾਣ ਕਰ ਸਕਦੇ ਹਾਂ। ਛੋਟੇ ਰੂਪ ਵਿੱਚ ਪੁਜਾਰੀ ਦਾ ਟੀਚਾ ਹੈ ਧਰਮ ਦੇ ਦਾਇਰੇ ਵਿੱਚ ਰਹਿ ਕੇ ਰੋਜ਼ੀ ਕਮਾਉਣੀ, ਪਰ ਮੂਲ ਰੂਪ ਵਿੱਚ ਪੁਜਾਰੀ ਦਾ ਬੁਨਿਆਦੀ ਨਿਸ਼ਾਨਾ ਧਾਰਮਿਕ ਪਰਜਾ ਨੂੰ ਆਪਣੇ ਤਹਿਤ ਕਰਨਾ ਹੈ, ਧਾਰਮਿਕ ਰਈਅਤ ਨੂੰ ਆਪਣੇ ਅਧੀਨ ਕਰਨਾ ਅਤੇ ਉਹਨਾਂ ਉੱਤੇ ਕਾਬੂ ਪਾਉਣਾ ਤੇ ਕਾਬੂ ਰੱਖਣਾ। ਅਤੇ ਇਸ ਬੁਨਿਆਦੀ ਨਿਸ਼ਾਨੇ ਤੱਕ ਪਹੁੰਚਣ ਦੀ ਬੁਨਿਆਦੀ ਜੁਗਤ ਹੈ ਧਾਰਮਿਕ ਵਿਆਖਿਆ ਤੇ ਕਾਬੂ ਰੱਖਣਾ। ਇੰਜ ਕਹਿ ਲਓ ਕਿ ਧਾਰਮਿਕ ਵਿਆਖਿਆ ਨੂੰ ਆਪਣੇ ਅਧੀਨ ਰੱਖਣਾ, ਆਪਣੇ ਕਾਬੂ ਰੱਖਣਾ ਪੁਜਾਰੀ ਤਬਕੇ ਦਾ ਕਾਇਦਾ ਹੈ, ਜ਼ਰੀਆ ਹੈ, ਬੁਨਿਆਦੀ ਤਰਕੀਬ, ਜਿਸ ਰਾਹੀਂ ਉਹ ਧਾਰਮਿਕ ਰਈਅਤ ਨੂੰ ਆਪਣੇ ਅਧੀਨ ਰੱਖਦਾ ਹੈ। ਅਤੇ ਧਾਰਮਿਕ ਵਿਆਖਿਆ ਨੂੰ ਆਪਣੇ ਅਧੀਨ ਰੱਖਣ ਦਾ ਬੁਨਿਆਦੀ ਤਰੀਕਾ ਇਹ ਹੈ ਕਿ ਪੁਜਾਰੀ ਧਰਮ ਦੀ ਗਾਥਾ ਆਪਣੇ ਤਹਿਤ ਰੱਖਣੀ ਲੋੜੀਂਦਾ ਹੈ। ਭਾਵ ਧਰਮ ਦੀ ਵਾਰਤਾ, ਧਰਮ ਦਾ ਬਿਰਤਾਂਤ, ਧਰਮ ਦਾ ਇਤਿਹਾਸ, ਧਰਮ ਦੀ ਕਹਾਣੀ, ਇਹ ਸਾਰਾ ਕੁਝ ਆਪਣੇ ਤਹਿਤ ਰੱਖਣਾ ਚਾਹੁੰਦਾ ਹੈ। ਅਤੇ ਧਰਮ ਦੀ ਵਿਆਖਿਆ ਅਤੇ ਧਰਮ ਦੇ ਬਿਰਤਾਂਤ ਨੂੰ ਆਪਣੇ ਅਧੀਨ ਰੱਖਣ ਦਾ ਬੁਨਿਆਦੀ ਤਰੀਕਾ ਇਹ ਹੈ ਕਿ ਧਾਰਮਿਕ ਗ੍ਰੰਥ ਆਪਣੇ ਤਹਿਤ ਰੱਖੇ ਜਾਣ। ਸਭ ਤੋਂ ਬਿਹਤਰੀਨ ਤਰੀਕਾ ਤਾਂ ਇਹ ਸੀ ਕਿ ਪੁਜਾਰੀ ਤਬਕਾ ਆਪਣੇ ਧਾਰਮਿਕ ਗ੍ਰੰਥਾਂ ਦਾ ਕਰਤਾ ਜਾਂ ਲਿਖਾਰੀ ਆਪ ਬਣ ਪੈਂਦਾ ਤੇ ਆਪਣੀਆਂ ਮਨ ਭਾਉਂਦੀਆਂ ਗੱਲਾਂ ਉਹਨਾਂ ਧਾਰਮਿਕ ਗ੍ਰੰਥਾਂ ਦੇ ਵਿੱਚ ਸ਼ਾਮਲ ਕਰ ਦਿੰਦਾ, ਜੈਸਾ ਕਿ ਇੰਜੀਲ ਨਾਲ ਹੋਇਆ। ਇੰਜੀਲ ਈਸਾਈ ਗਿਰਜੇ ਦੀ ਦੇਣ ਹੈ। ਈਸਾਈ ਪੁਜਾਰੀਆਂ ਨੇ ਲਿਖ ਕੇ ਈਸਾਈ ਜਗਤ ਨੂੰ ਪੇਸ਼ ਕੀਤੀ। ਦੂਜਾ ਤਰੀਕਾ ਇਹ ਹੈ ਕਿ ਪੁਜਾਰੀ ਧਾਰਮਿਕ ਗ੍ਰੰਥਾਂ ਦੀ ਵਿਆਖਿਆ ਆਪਣੀ ਲੋੜ ਤੇ ਆਪਣੇ ਮਨੋਰਥ ਅਨੁਸਾਰ ਕਰੇ। ਅਤੇ ਤੀਜਾ ਤਰੀਕਾ ਇਹ ਹੈ ਕਿ ਧਾਰਮਿਕ ਗ੍ਰੰਥਾਂ ਦੇ ਬਰਾਬਰ ਆਪਣੇ ਵੱਲੋਂ ਲਿਖੇ ਗ੍ਰੰਥਾਂ ਦਾ ਭਰਮਾਰ ਪੈਦਾ ਕਰ ਦੇਵੇ, ਤਾਂ ਜੋ ਧਾਰਮਿਕ ਪਰਜਾ ਲਈ ਮੂਲ ਪ੍ਰਤ ਧਾਰਮਿਕ ਗ੍ਰੰਥਾਂ ਦੇ ਨਾਲ ਨਾਲ ਸਮਾਨੰਤਰ ਜਾਂ ਬਰਾਬਰ ਦੀ ਧਾਰਮਿਕ ਗਾਥਾ ਪੈਦਾ ਹੋ ਜਾਵੇ ਪੁਜਾਰੀ ਦੇ ਲਿਖੇ ਸਾਹਿਤ ਦੁਆਰਾ। ਸੋ ਜਿਹੜੀ ਗੱਲ ਧਿਆਨ ਵਿੱਚ ਲਿਆਉਣ ਵਾਲੀ ਹੈ ਉਹ ਇਹ ਹੈ ਕਿ ਇੱਕ ਮੂਲ ਪ੍ਰਤ ਧਾਰਮਿਕ ਗਾਥਾ ਹੁੰਦੀ ਹੈ ਜੋ ਕਿ ਧਰਮ ਦੇ ਪੈਗੰਬਰਾਂ ਵੱਲੋਂ ਉਤਪਾਦਿਤ ਕੀਤੀ ਹੁੰਦੀ ਹੈ, ਅਤੇ ਇੱਕ ਪੁਜਾਰੀ ਰਚਿਤ ਧਾਰਮਿਕ ਗਾਥਾ ਹੁੰਦੀ ਹੈ। ਭਾਵ ਇੱਕ ਅਸਲੀ, ਮੌਲਿਕ ਜਾਂ ਮੁੱਢਲੀ ਧਾਰਮਿਕ ਗਾਥਾ ਹੁੰਦੀ ਹੈ, ਅਤੇ ਇੱਕ ਉਹ ਜੋ ਪੁਜਾਰੀ ਦੀ ਉਤਪੰਨ ਕੀਤੀ ਹੁੰਦੀ ਹੈ। ਅਤੇ ਇਹਨਾਂ ਦੋਹਾਂ ਗਾਥਾਵਾਂ ਵਿੱਚ ਤਕਰਾਰ ਹੁੰਦਾ ਹੈ। ਇੱਕ ਗਾਥਾ ਦੂਜੇ ਨੂੰ ਖੰਡਨ ਕਰਦੀ ਹੈ। ਮੂਲ ਪ੍ਰਤ ਧਾਰਮਿਕ ਗ੍ਰੰਥਾਂ ਤੇ
ਪੁਜਾਰੀ ਰਚਿਤ ਧਾਰਮਿਕ ਗ੍ਰੰਥਾਂ ਦਾ ਪਰਸਪਰ ਵਿਰੋਧ ਹੁੰਦਾ ਹੈ। ਇਹ ਵਿਰੋਧ ਇਸ ਕਰਕੇ ਹੈ ਕਿਉਂਕਿ ਧਰਮ ਦੇ ਪੈਗੰਬਰਾਂ ਅਤੇ ਧਰਮ ਦੇ ਪੁਜਾਰੀ ਤਬਕੇ ਦੇ ਨਿਸ਼ਾਨੇ, ਲਕਸ਼ ਅਤੇ ਮਨੋਰਥ ਪਰਸਪਰ ਵਿਰੋਧੀ ਹੁੰਦੇ ਨੇ। ਜੋ ਪੈਗੰਬਰ ਲੋਚਦੇ ਹਨ ਉਹ ਪੁਜਾਰੀ ਦੀ ਚੇਸ਼ਟਾ ਨਹੀਂ ਹੁੰਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 874 ਉੱਤੇ ਭਗਤ ਨਾਮਦੇਵ ਜੀ ਦਾ ਸ਼ਬਦ ਹੈ, ਜਿਸ ਵਿੱਚ ਮੂਲ ਪ੍ਰਤ ਧਾਰਮਿਕ ਗਾਥਾ ਅਤੇ ਪੁਜਾਰੀ ਰਚਿਤ ਧਾਰਮਿਕ ਗ੍ਰੰਥਾਂ ਦੇ ਪਰਸਪਰ ਵਿਰੋਧ ਹੋਣ ਦੀਆਂ ਝਲਕਾਂ ਮਿਲਦੀਆਂ ਹਨ। ਬਿਲਾਵਲ ਗੋਂਡ, ਆਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਓ ਰੇ ਰਹਾਓ। ਆਜ ਨਾਮੇ ਬੀਠਲ ਦੇਖਿਆ ਭਾਵ ਹੁਣ ਨਾਮਦੇਵ ਨੂੰ ਰੱਬੀ ਅਨੁਭਵ ਹੋ ਗਿਆ। ਮੂਰਖ ਕੋ ਸਮਝਾਓ ਰੇ ਭਾਵ ਇਸ ਅਨੁਭਵ, ਇਸ ਗਿਆਨ, ਇਸ ਚਾਨਣ ਦੇ ਆਸਰੇ ਹੁਣ ਇਸ ਗੱਲ ਦਾ ਵੀ ਚਾਨਣਾ ਹੋ ਗਿਆ ਕਿ ਰੱਬੀ ਅਨੁਭਵ ਕਿਸ ਤਰ੍ਹਾਂ ਨਹੀਂ ਹੁੰਦਾ। ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ। हे ਪੁਜਾਰੀ, ਤੇਰਾ ਗਾਇਤਰੀ ਮੰਤਰ, ਤੁਮਰੀ ਗਾਇਤਰੀ ਲਫ਼ਜ਼ ਤੁਮਰੀ ਵੱਲ ਧਿਆਨ ਦੇਣਾ। ਸਨਾਤਨ ਧਰਮ ਵਿੱਚ ਗਾਇਤਰੀ ਮੰਤਰ ਦੀ ਇੱਕ ਮੂਲ ਪ੍ਰਤ ਗਾਥਾ ਹੈ ਅਤੇ ਇੱਕ ਪੁਜਾਰੀ ਰਚਿਤ ਗਾਥਾ ਹੈ। ਮੂਲ ਪ੍ਰਤ ਗਾਥਾ ਇਹ ਹੈ ਕਿ ਗਾਇਤਰੀ ਮੰਤਰ ਇੱਕ 3 ਪਦਿਆਂ ਦਾ ਮੰਤਰ ਹੈ ਜਿਸ ਦਾ ਰਟਨ ਸ਼ਰਧਾਲੂ ਕਰਦੇ ਹਨ। ਲੇਕਿਨ ਪੁਜਾਰੀ ਰਚਿਤ ਗਾਥਾ ਇਹ ਹੈ, ਜਿਵੇਂ ਕਿ ਨਾਮਦੇਵ ਜੀ ਇਸ ਸ਼ਬਦ ਦੇ ਵਿੱਚ ਦਰਸਾ ਰਹੇ ਨੇ, ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ, ਕਿ ਗਊ ਦੇ ਰੂਪ ਵਿੱਚ ਕਿਸੇ ਕਿਸਾਨ ਦੇ ਖੇਤ ਵਿੱਚ ਜਾ ਵੜੀ ਤੇ ਲੈ ਕਰ ਠੇਗਾ ਟਗਰੀ ਤੋਰੀ ਲਾਂਗਤ ਜਾਤੀ ਥੀ। ਕਿਸਾਨ ਨੇ ਸੱਟ ਮਾਰੀ ਤੇ ਗਾਇਤਰੀ 3 ਲੱਤਾਂ ਵਾਲੀ ਲੰਗੜੀ ਕਰ ਦਿੱਤੀ। ਫਿਰ ਅੱਗੇ ਜਾ ਕੇ ਨਾਮਦੇਵ ਜੀ ਕਹਿੰਦੇ ਹਨ, ਪਾਂਡੇ ਤੁਮਰਾ ਮਹਾਦੇਵ, ਭਾਵ ਇੱਕ ਮੂਲ ਪ੍ਰਤ ਗ੍ਰੰਥਾਂ ਦਾ ਮਹਾਦੇਵ ਜਾਂ ਸ਼ਿਵ ਜੀ ਹੈ ਤੇ ਇੱਕ ਪੁਜਾਰੀ ਰਚਿਤ ਗਾਥਾ ਵਾਲਾ ਸ਼ਿਵ ਜੀ, ਤੁਮਰਾ ਮਹਾਦੇਵ। ਪੁਜਾਰੀ ਰਚਿਤ ਗਾਥਾ ਵਾਲਾ ਸ਼ਿਵ ਜੀ ਉਹ ਹੈ ਜੋ ਕਿਸੇ ਸ਼ਰਧਾਲੂ ਦੇ ਘਰ ਖਾਣਾ ਖਾਣ ਗਿਆ, ਮੋਦੀ ਕੇ ਘਰ ਖਾਣਾ ਪਾਕਾ, ਤੇ ਉਸ ਦਾ ਲੜਕਾ ਇਸ ਗੱਲੋਂ ਮਾਰ ਦਿੱਤਾ ਕਿ ਖਾਣਾ ਮੁਨਾਸਿਬ ਨਹੀਂ ਸੀ ਤਿਆਰ ਕੀਤਾ, ਵਾਕਾ ਲੜਕਾ ਮਾਰਿਆ ਥਾ। ਅੱਗੇ ਨਾਮਦੇਵ ਜੀ ਕਹਿੰਦੇ ਹਨ, ਪਾਂਡੇ ਤੁਮਰਾ ਰਾਮਚੰਦ ਸੋ ਭੀ ਆਵਤ ਦੇਖਿਆ ਥਾ। ਰਾਮਚੰਦ ਵੀ 2 ਹਨ, ਇੱਕ ਮੂਲ ਪ੍ਰਥ ਗ੍ਰੰਥਾਂ ਵਾਲਾ ਅਤੇ ਇੱਕ ਪੁਜਾਰੀ ਰਚਿਤ ਗਾਥਾ ਵਾਲਾ। ਹਿੰਦੂ ਅੰਨਾ ਤੁਰਕੂ ਕਾਣਾ, ਭਾਵ ਹੈ ਪੁਜਾਰੀ ਤੂੰ ਤੇ ਆਪਣੀ ਧਾਰਮਿਕ ਰਈਅਤ ਜਾਂ ਤੇ ਬਿਲਕੁਲ ਅੰਨੀ ਕਰ ਦਿੱਤੀ ਤੇ ਜਾਂ ਕਾਣੀ ਬਣਾ ਕੇ ਰੱਖ ਦਿੱਤੀ। ਭਾਵ ਤੂੰ ਆਪਣੀ ਧਾਰਮਿਕ ਰਈਅਤ ਨੂੰ ਅਗਿਆਨਤਾ ਦੇ ਅੰਧੇਰੇ ਵਿੱਚ ਪਾ ਦਿੱਤਾ। ਨਾਲ ਇਹ ਵੀ ਕਹਿ ਦਿੱਤਾ, ਦੋਹਾਂ ਤੇ ਗਿਆਨੀ ਸਿਆਣਾ, ਭਾਵ ਜਿਸ ਵਸਤੂ ਦੀ ਤੇਰੀ ਧਾਰਮਿਕ ਪਰਜਾ ਨੂੰ ਲੋੜ ਹੈ ਉਹ ਹੈ ਗਿਆਨ। ਉਪਰੋਕਤ ਪੰਕਤੀਆਂ ਦਾ ਮੁਕੰਮਲ ਸਾਰ ਇਹ ਹੋਇਆ ਕਿ ਮੂਲ ਪ੍ਰਤ ਗ੍ਰੰਥਾਂ ਦੀ ਗਾਥਾ ਦਾ ਮਕਸਦ ਧਾਰਮਿਕ ਰਈਅਤ ਨੂੰ ਗਿਆਨਵਾਨ ਬਣਾਉਣਾ ਸੀ, ਲੇਕਿਨ ਪੁਜਾਰੀ ਰਚਿਤ ਗਾਥਾ ਨੇ ਅੰਧੇਰੇ ਵਿੱਚ ਧੱਕ ਦਿੱਤਾ। ਹਿੰਦੂ ਅੰਨਾ ਤੁਰਕੂ ਕਾਣਾ। ਅਗਲੀ ਪੰਕਤੀ ਵਿੱਚ ਨਾਮਦੇਵ ਜੀ ਕਹਿੰਦੇ ਹਨ, ਹਿੰਦੂ ਪੂਜੈ ਦੇਹੁਰਾ ਮੁਸਲਮਾਨ ਮਸੀਤ, ਭਾਵ ਹੇ ਪੁਜਾਰੀ ਤੂੰ ਆਪਣੀ ਗਾਥਾ ਦੁਆਰਾ ਲੋਕਾਂ ਤੋਂ ਆਪਣੀ ਪੂਜਾ ਕਰਵਾਈ ਤੇ ਆਪਣੇ ਵੱਲੋਂ ਪੈਦਾ ਕੀਤੇ ਮੰਦਰਾਂ ਤੇ ਮਸੀਤਾਂ ਵਿੱਚ ਆਪਣੇ ਵੱਲੋਂ ਪੈਦਾ ਕੀਤੇ ਰੱਬ ਦੀ ਪੂਜਾ ਕਰਵਾਈ। ਆਖਰੀ ਪੰਕਤੀ ਵਿੱਚ ਭਗਤ ਜੀ ਕਹਿੰਦੇ ਹਨ, ਨਾਮੇ ਸਹੀ ਸੇਵਿਆ ਜੈ ਦੇਹੁਰਾ ਨਾ ਮਸੀਤ, ਭਾਵ ਨਾਮਦੇਵ ਨੂੰ ਉਹ ਰੱਬੀ ਅਨੁਭਵ ਹੋ ਗਿਆ ਜੋ ਨਾ ਮੰਦਰ ਵਿੱਚ ਹੈ ਨਾ ਮਸੀਤ ਵਿੱਚ, ਕਿਉਂਕਿ ਇਹ ਦੋਨੋਂ ਸੰਸਥਾਵਾਂ ਪੁਜਾਰੀ ਰਚਿਤ ਗਾਥਾ ਦੇ ਮਰਕਸ ਅਤੇ ਅੱਡੇ ਬਣ ਕੇ ਰੱਖ ਦਿੱਤੇ ਪੁਜਾਰੀ ਤਬਕੇ ਨੇ, ਜਿੱਥੇ ਰੱਬੀ ਗਿਆਨ ਦੀ ਥਾਂ ਅੰਧੇਰਾ ਵੰਡਿਆ ਜਾ ਰਿਹਾ। ਸੋ ਫਿਰ ਪਿਆਰਿਓ,
इस शब्द का सार की होया, इसका संदेश की है। भगत नामदेव जी सानू सुनेहा की देना चाहते हैं, इस शब्द का पैगाम की है। पहले सानू ये जानना पवेगा कि इस शब्द विच गायत्री शिवजी, महादेव या रामचंद की तर्क या नखेदी नहीं। ये किसी सनातन मूल प्रत ग्रंथां विचली गाथा की आलोचना भी नहीं। पर जे साडे विचों कोई इस शब्द की व्याख्या साडे गुरुद्वारियां विचले बैठे पुजारियां तो करवावे तां 90% साडे पुजारी सानू ये दसणगे कि इस शब्द विच दूजे धर्मां की आलोचना है ते ये नखेदी सानू सिखां नू दर्शाउण वास्ते कीती जा रही है कि साडे धर्म दीआं मनाउतां उन्हां दे धर्म नालों बेहतरीन हन, कि साडा धर्म उन्हां दे धर्म नालों वधिया है। लेकिन ये इस शब्द का पैगाम नहीं। ये साडी पुजारी रचित गाथा के मुताबिक हो सकता है कि जो उन्हां दा पुजारी प्रचार रहा है वो नखिंद है, ते जो मैं भाव तुहाडा सिख पुजारी प्रचार कर रहा है वो दैवी है, वो रब्बी है। सो सवाल ये है कि गुरु नानक पातशाह ने भगत नामदेव जी का ये शब्द अपने संग्रह विच क्यों लिया? गुरु अर्जन पातशाह ने इस शब्द नूं पोथी साहिब दे विच शामिल क्यों किया ते गुरु गोबिंद सिंह पातशाह ने गुरु ग्रंथ साहिब विच क्यों इस नूं शामिल रखिया? जवाब इसका यह है कि इस शब्द दीआं पंक्तियां विच एक बुनियादी संदेश, एक संगीन सुनेहा ते एक मुढ़ला सिद्धांत है गुरु नानक दी सिੱਖੀ ਦਾ। ਇਹ शब्द पुजारी तबके ਵੱਲੋਂ धर्म ਨੂੰ ਭ੍ਰਿਸ਼ਟ ਕਰਨ ਦੀ ਭੂਮਿਕਾ ਨੂੰ ਪ੍ਰਗਟਾ ਰਿਹਾ ਹੈ, ਧਰਮ ਨੂੰ ਖਰਾਬ ਕਰਨ ਦੀ ਕਿਰਿਆ ਨੂੰ ਜ਼ਾਹਰ ਕਰ ਰਿਹਾ ਹੈ। ਮੂਲ ਪ੍ਰਤ ਧਾਰਮਿਕ ਗ੍ਰੰਥਾਂ ਨੂੰ ਭ੍ਰਿਸ਼ਟ ਕਰਨ ਵਿੱਚ ਪੁਜਾਰੀ ਦੇ ਯੋਗਦਾਨ ਨੂੰ ਸਾਡੇ ਸਾਹਮਣੇ ਰੱਖ ਰਿਹਾ ਹੈ, ਤਾਂ ਜੋ ਅਸੀਂ ਗੁਰੂ ਨਾਨਕ ਦੇ ਸਿੱਖ, ਗੁਰਬਾਣੀ ਦੇ ਸਿੱਖ, ਸ਼ਬਦ ਦੇ ਸਿੱਖ ਇਸ ਪੁਜਾਰੀ ਦੀ ਕੋਝੀ ਹਰਕਤ ਤੋਂ ਬਚ ਸਕੀਏ। ਤੋ ਆਓ ਹੁਣ ਇਹ ਵਿਚਾਰੀਏ ਕਿ ਗੁਰੂ ਨਾਨਕ ਦੀ ਸਿੱਖੀ ਵਿੱਚ ਪੁਜਾਰੀ ਦਾ ਰੁਤਬਾ, ਸਥਾਨ ਜਾਂ ਸਥਿਤੀ ਕੀ ਹੈ। ਗੁਰਬਾਣੀ ਦਾ ਅਧਿਐਨ ਕਰਨ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ 15ਵੀਂ ਸਦੀ ਦੇ ਪੁਜਾਰੀ ਤਬਕੇ ਦੀ ਗਹਿਰੀ ਪਰਖ ਪੜਚੋਲ ਕੀਤੀ। ਪਾਤਸ਼ਾਹ ਨੇ ਪੁਜਾਰੀ ਸ਼੍ਰੇਣੀ ਤੇ ਡੂੰਘੀ ਝਾਤੀ ਮਾਰੀ, ਜਿਸ ਦਾ ਨਿਚੋੜ ਬਾਣੀ ਵਿੱਚ ਸ਼ਾਮਲ ਕੀਤਾ। ਇਹ ਇਸ ਵਿਸ਼ੇ ਤੇ ਪਾਤਸ਼ਾਹ ਦਾ ਸ਼ਬਦ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਹੈ। ਧਨਾਸਰੀ ਮਹੱਲਾ ਪਹਿਲਾ। ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਹਾਵੇ ਜੀਆ ਖਾਏ, ਜੋਗੀ ਜੁਗਤ ਨਾ ਜਾਣੇ ਅੰਧ। ਇਹ ਤਿੰਨ ਪੰਕਤੀਆਂ ਵਿੱਚ ਤਿੰਨ ਪੁਜਾਰੀ ਤਬਕਿਆਂ ਦੀ ਗੱਲ ਹੈ, ਜਿਸ ਦਾ ਨਿਚੋੜ ਇਹ ਹੈ ਕਿ ਤਿੰਨੇ ਭ੍ਰਿਸ਼ਟ ਹਨ। ਨਿਬੇੜਾ ਅਗਲੀ ਪੰਕਤੀ ਵਿੱਚ ਕੀਤਾ ਹੈ ਪਾਤਸ਼ਾਹ ਨੇ, ਤੀਨੇ ਉਜਾੜੇ ਕਾ ਬੰਦ। ਭਾਵ ਧਾਰਮਿਕ ਰਈਅਤ ਜਾਂ ਧਾਰਮਿਕ ਦੁਨੀਆ ਵਿੱਚ ਰੂਹਾਨੀ ਉਜਾੜੇ ਦਾ ਜੜ ਰੂਪੀ ਕਾਰਨ ਪੁਜਾਰੀ ਹੈ। ਰੂਹਾਨੀ ਬਰਬਾਦੀ ਤੇ ਆਤਮਿਕ ਤਬਾਹੀ ਦੀ ਜ਼ਿੰਮੇਵਾਰੀ ਪੁਜਾਰੀ ਦੇ ਸਿਰ ਤੇ ਹੈ। ਰੂਹਾਨੀ ਵਿਨਾਸ਼ ਤੇ ਆਤਮਿਕ ਉਜਾੜ ਪੁਜਾਰੀ ਦੀ ਦੇਣ ਹੈ। ਪੁਜਾਰੀਵਾਦ ਰੂਹਾਨੀ ਵੀਰਾਨੀ ਦਾ ਬੀਜ ਰੂਪੀ ਕਾਰਨ ਹੈ। ਸੋ ਇਹ ਗੁਰੂ ਨਾਨਕ ਪਾਤਸ਼ਾਹ ਦਾ ਪੁਜਾਰੀ ਤਬਕੇ ਬਾਰੇ ਨਿਬੇੜਾ, ਸਿੱਟਾ ਤੇ ਸਾਰੰਸ਼ ਹੈ ਕਿ ਪੁਜਾਰੀਵਾਦ ਮਨੁੱਖਤਾ ਦੀ ਅਧਿਆਤਮਕ ਮੌਤ ਤੇ ਧਾਰਮਿਕ ਬਿਨਸ ਦੀ ਜੜ ਰੂਪੀ ਵਜ੍ਹਾ ਹੈ। ਤੀਨੇ ਉਜਾੜੇ ਕਾ ਬੰਦ। ਸੋ ਇਸ ਦਾ ਮਤਲਬ ਹੋਇਆ ਕਿ ਵਾਸਤਵਿਕ ਰੂਪ ਵਿੱਚ ਗੁਰੂ ਨਾਨਕ ਦੀ ਸਿੱਖੀ ਵਿੱਚ ਪੁਜਾਰੀ ਅਸਵੀਕਾਰ ਹੈ, ਅਪਰਵਾਨ ਹੈ, ਬਿਲਕੁਲ ਰੱਦ ਹੈ। ਇਹ ਭਗਤ ਕਬੀਰ ਜੀ ਦੀਆਂ ਪੰਕਤੀਆਂ ਹਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੰਨਾ 1559 ਤੇ ਦਰਜ ਹਨ। ਹਮਰਾ ਝਗੜਾ ਰਹਾ ਨਾ ਕਉ, ਪੰਡਤ ਮੁੱਲਾ ਛਾਡੇ ਦੋ ਰਹਾਓ।
ਕਿ ਮੈਂ ਆਪਣੇ ਰੂਹਾਨੀ ਰਸਤੇ ਤੈਅ ਕਰਦਿਆਂ ਦੋਨੋਂ ਛੱਡ ਦਿੱਤੇ ਹਨ। ਕੀ ਛੱਡਿਆ? ਭਗਤ ਜੀ ਇਸ ਗੱਲ ਦੀ ਸਪਸ਼ਟੀ ਕਰਦੇ ਹਨ। ਪੰਡਤ ਮੁੱਲਾ ਜੋ ਲਿਖਦੀ ਆ, ਜੋ ਵੀ ਪੰਡਤ ਮੁੱਲਾ ਭਾਵ ਪੁਜਾਰੀ ਤਬਕੇ ਦੀ ਦੇਣ ਹੈ, ਪੰਡਤ ਮੁੱਲਾ ਜੋ ਲਿਖਦੀ ਆ, ਛਾੜ ਚਲੇ ਹਮ ਕਛੂ ਨਾ ਲਿਆ। ਮੈਂ ਸਾਰੇ ਦਾ ਸਾਰਾ ਹੀ ਨਕਾਰ ਕਰ ਦਿੱਤਾ, ਰੱਦ ਕਰ ਦਿੱਤਾ। ਇਹ ਜੋ ਮੈਂ ਬਿਆਨ ਕੀਤਾ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਪੁਜਾਰੀਵਾਦ ਦੀ ਕਟਾਕਸ਼ ਬਾਰੇ ਸਿਰਫ ਨਮੂਨਾ ਮਾਤਰ ਪੰਕਤੀਆਂ ਹਨ। ਬਹੁਤ ਕੁਝ ਹੋਰ ਮਿਲਦਾ ਹੈ। ਪੁਜਾਰੀ ਤਬਕੇ ਦੀ ਕਟਾਕਸ਼ ਗੁਰੂ ਗ੍ਰੰਥ ਸਾਹਿਬ ਦਾ ਬਕਾਇਦਾ ਮਜ਼ਮੂਨ ਹੈ ਇੱਕ, ਪਰੰਤੂ ਸਾਡੀ ਸਿੱਖੀ ਵਿੱਚ ਪੁਜਾਰੀਵਾਦ ਦਾ ਆਗਮਨ ਹੋ ਚੁੱਕਾ ਹੈ। ਸਿੱਖਾਂ ਵਿੱਚ ਪੁਜਾਰੀ ਤਬਕੇ ਦਾ ਜਨਮ ਹੋ ਚੁੱਕਾ ਹੈ ਅਤੇ ਸਿੱਖ ਜਗਤ ਨੇ ਇਸ ਸ਼੍ਰੇਣੀ ਨੂੰ ਅਪਣਾ ਲਿਆ ਹੈ। ਵਾਸਤਵਿਕ ਰੂਪ ਵਿੱਚ ਇਹ ਤਬਕਾ ਧਾਰਮਿਕ ਖੇਤਰ ਵਿੱਚ ਸਰਬ ਵਿਆਪਕ ਹੋ ਚੁੱਕਾ ਹੈ। ਸਿੱਖ ਅਤੇ ਸਿੱਖੀ ਦੇ ਮੁਆਮਲਿਆਂ ਵਿੱਚ ਸਾਡੀ ਪੁਜਾਰੀ ਸ਼੍ਰੇਣੀ ਇੱਕ ਪ੍ਰਬਲ ਅਤੇ ਸ਼ਕਤੀਮਾਨ ਸੰਸਥਾ ਬਣ ਕੇ ਰਹਿ ਗਈ ਹੈ। ਇਸ ਪੁਜਾਰੀ ਤਬਕੇ ਦਾ ਸਿੱਖੀ ਦੀਆਂ ਨੀਹਾਂ ਅਤੇ ਸਿੱਖ ਦੇ ਦਿਲ ਦਿਮਾਗ ਤੱਕ ਡੂੰਘੀ ਅਤੇ ਗਹਿਰੀ ਪਹੁੰਚ ਹੈ। ਇਤਿਹਾਸਕ ਪੱਖ ਤੋਂ ਸਿੱਖੀ ਵਿੱਚ ਪੁਜਾਰੀਵਾਦ ਦਾ ਆਮਦ ਗੁਰੂ ਕਾਲ ਤੋਂ ਬਾਅਦ ਦਾ ਹੈ। ਖਾਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਹਾਰ, ਗ੍ਰਿਫਤਾਰੀ ਤੇ ਸ਼ਹੀਦੀ ਤੋਂ ਪਿੱਛੋਂ, ਭਾਵ 1716 ਤੋਂ ਮਗਰੋਂ। ਪਹਿਲੇ ਉਦਾਸੀ ਤਬਕੇ ਨੇ 60-70 ਸਾਲਾਂ ਲਈ ਸਾਡੇ ਗੁਰਦੁਆਰੇ ਸਾਂਭੇ, ਫਿਰ 150 ਸਾਲਾਂ ਲਈ ਨਿਰਮਲੇ ਆ ਬੈਠੇ। ਸੋ ਸਿੱਖੀ ਵਿੱਚ ਵਿਚਲੀ ਪੁਜਾਰੀਵਾਦ ਦੀ ਜੜ ਉਦਾਸੀ ਸਾਧੂਆਂ ਅਤੇ ਨਿਰਮਲੇ ਮਹੰਤਾਂ ਤੱਕ ਜਾਂਦੀ ਹੈ। ਇਹ ਦੋਹੇਂ ਤਬਕੇ ਵਿਕਾਸ ਕਰਕੇ ਅਜੋਕੇ ਸਿੱਖ ਪੁਜਾਰੀ ਦਾ ਰੂਪ ਧਾਰਨ ਕਰ ਗਏ। ਦੇਹਧਾਰੀ ਸੰਤ, ਟਕਸਾਲੀ ਬਾਬੇ ਅਤੇ ਉਹ ਗ੍ਰੰਥੀ, ਉਹ ਰਾਗੀ, ਉਹ ਪ੍ਰਚਾਰਕ, ਢਾਡੀ ਅਤੇ ਕਥਾਕਾਰ ਜੋ ਇਸ ਪੁਜਾਰੀਵਾਦ ਦੀਆਂ ਸੰਸਥਾਵਾਂ ਵਿੱਚੋਂ ਉਤਪਾਦਨ ਹੋਏ, ਜੋ ਇਹਨਾਂ ਦੀ ਹੀ ਉਪਜ ਹੈ, ਜੋ ਇਹਨਾਂ ਸੰਸਥਾਵਾਂ ਭਾਵ ਡੇਰਿਆਂ ਅਤੇ ਟਕਸਾਲਾਂ ਦੀ ਹੀ ਪੈਦਾਇਸ਼ ਹਨ। ਸਿੱਖ ਪੁਜਾਰੀ ਦੀ ਵੱਡੀ ਘਬਰਾਹਟ ਇਹ ਸੀ ਕਿ ਉਸ ਨੂੰ ਅਤੇ ਉਸ ਦੇ ਤਬਕੇ ਨੂੰ ਗੁਰਬਾਣੀ ਨੇ ਨਕਾਰ ਕੀਤਾ ਹੈ, ਰੱਦ ਕੀਤਾ ਹੈ, ਕਿ ਗੁਰੂ ਨਾਨਕ ਨੇ ਪੁਜਾਰੀ ਨੂੰ ਆਪਣੀ ਦਿੱਤੀ ਹੋਈ ਰੂਹਾਨੀਅਤ ਦੇ ਦਾਇਰੇ ਤੋਂ ਬਾਹਰ ਰੱਖਿਆ ਸੀ। ਇਸ ਤੋਂ ਵੀ ਵੱਡੀ ਘਬਰਾਹਟ ਉਸ ਦੀ ਇਹ ਸੀ ਕਿ ਉਸ ਦੀ ਧਾਰਮਿਕ ਗਾਥਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਕਾਰਦੀ ਹੈ, ਖੰਡਨ ਕਰਦੀ ਹੈ। ਇਹ ਸਿੱਖ ਪੁਜਾਰੀ ਲਈ ਸਭ ਤੋਂ ਵੱਡਾ ਮਸਲਾ ਬਣ ਗਿਆ ਸੀ। ਸੋ ਕੁਦਰਤੀ ਸੀ ਕਿ ਜੇਕਰ ਸਿੱਖ ਪੁਜਾਰੀ ਸਿੱਖੀ ਦੇ ਦਾਇਰੇ ਵਿੱਚ ਆਪਣੇ ਪੈਰ ਜਮਾਉਣੇ ਚਾਹੁੰਦਾ, ਸਿੱਖੀ ਦੇ ਘੇਰੇ ਵਿੱਚ ਰਹਿ ਕੇ ਵਧਣਾ ਫੁੱਲਣਾ ਚਾਹੁੰਦਾ, ਆਪਣਾ ਅਸਲ ਰਸੂਖ ਜਮਾਉਣਾ ਚਾਹੁੰਦਾ, ਤਾਂ ਇਸ ਸਿੱਖ ਪੁਜਾਰੀ ਲਈ ਬੇਅੰਤ ਜ਼ਰੂਰੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣੀ ਭਾਵ ਪੁਜਾਰੀ ਰੂਪੀ ਧਾਰਮਿਕ ਗਾਥਾ ਅਨੁਸਾਰ ਢਾਲਿਆ ਜਾਵੇ, ਕਿ ਮੂਲ ਪ੍ਰਤ ਗ੍ਰੰਥ ਦੀ ਗਾਥਾ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗਾਥਾ ਅਤੇ ਪੁਜਾਰੀ ਰਚਿਤ ਗਾਥਾ ਨੂੰ ਇਕਸਾਰ ਕੀਤਾ ਜਾਵੇ। ਸੋ ਗੁਰੂ ਗ੍ਰੰਥ ਸਾਹਿਬ ਦੀ ਧਾਰਮਿਕ ਗਾਥਾ ਨੂੰ ਆਪਣੀ ਪੁਜਾਰੀ ਰਚਿਤ ਗਾਥਾ ਅਨੁਸਾਰ ਢਾਲਣਾ ਸਿੱਖ ਪੁਜਾਰੀ ਤਬਕੇ ਦਾ ਲਕਸ਼ ਤੇ ਮਨੋਰਥ ਬਣਦਾ ਗਿਆ। ਕਈ ਤਰੀਕਿਆਂ ਵਿੱਚੋਂ ਇੱਕ ਤਰੀਕਾ ਇਹ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੋਂ ਤੱਕ ਹੋ ਸਕੇ, ਜਿੱਥੋਂ ਤੱਕ ਵਾਹ ਚੱਲੇ, ਰਲਾ ਪੈਦਾ ਕੀਤੀ ਜਾਵੇ। ਦਰਅਸਲ ਪੁਜਾਰੀ ਕੋਲ ਹੋਰ ਤਰੀਕਾ ਹੀ ਕਿਹੜਾ ਸੀ? ਇੱਕ ਪਾਸੇ ਉਸ ਦੀ ਪੁਜਾਰੀ ਰਚਿਤ ਗਾਥਾ ਸੀ, ਜੋ ਕਰਾਮਾਤੀ ਨਾ ਮੰਨਣ ਵਾਲੀਆਂ, ਮਨੁੱਖੀ ਸੁਰਤ ਨੂੰ ਨੀਵੇਂ ਪੱਧਰ 'ਤੇ ਲਿਜਾਣ ਵਾਲੀਆਂ ਕਰਮਕਾਂਡੀ ਗੱਪ ਕਹਾਣੀਆਂ ਦਾ ਨਾ ਮੁੱਕਣ ਵਾਲਾ ਭੰਡਾਰ ਸੀ, ਅਤੇ ਦੂਜੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਚਾ ਸੁੱਚਾ ਮਨੁੱਖੀ ਸੁਰਤ ਨੂੰ ਬੁਲੰਦੀਆਂ 'ਤੇ ਲੈ ਜਾਣ ਵਾਲਾ ਰੱਬੀ ਪੈਗਾਮ,
ਦੋਨੋਂ ਵਿਚਕਾਰ ਤਕਰਾਰ ਇੰਨਾ ਦੀਰਘ ਸੀ ਕਿ ਇੱਕ ਦੂਜੇ ਨੂੰ ਪੂਰੀ ਤਰ੍ਹਾਂ ਖੰਡਨ ਕਰਦਾ ਸੀ। ਸਿੱਖ ਪੁਜਾਰੀ ਕੋਲ ਉਹ ਖੁੱਲ੍ਹ, ਉਹ ਠਾਠ ਤੇ ਉਹ ਅਸਰ ਰਸੂਖ ਨਹੀਂ ਸੀ ਜੋ ਕਿ ਈਸਾਈ ਜਗਤ ਦੇ ਪੁਜਾਰੀ ਤਬਕੇ ਕੋਲ ਸੀ, ਜਿਨ੍ਹਾਂ ਸਾਰੀ ਇੰਜੀਲ ਹੀ ਖੁਦ ਲਿਖ ਧਰੀ ਸੀ। ਪਰ ਸਾਡੇ ਪੁਜਾਰੀ ਤਬਕੇ ਕੋਲ ਹੋਰ ਹਥਿਆਰਾਂ ਦਾ ਭਰਮਾਰ ਮੌਜੂਦ ਸੀ। ਵਿਸ਼ੇ ਦੇ ਤੀਜੇ ਨਿਰੂਪੀ ਕਾਰਨ ਵੱਲ ਵਾਪਸ ਆਈਏ। ਸਿੱਖੀ ਵਿੱਚ ਪੁਜਾਰੀਵਾਦ ਦਾ ਆਮਦ, ਤਾਂ ਜੋ ਪਤਾ ਚੱਲ ਸਕੇ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਅਸ਼ੁੱਧੀਆਂ ਵਾਲੀ ਅਜੋਕੀ ਸਥਿਤੀ ਜਾਂ ਅਜੋਕੀ ਦਸ਼ਾ ਵਿੱਚ ਕਿਉਂ ਤੇ ਕਿਵੇਂ ਪਹੁੰਚੇ। ਇਸ ਮਸਲੇ ਵਿੱਚ ਪੁਜਾਰੀਵਾਦ ਦੀ ਕੀ ਦੇਣ ਹੈ? ਸਭ ਤੋਂ ਪਹਿਲੇ ਇਹ ਸਮਝਣਾ ਪਵੇਗਾ ਕਿ ਸਿੱਖ ਪੁਜਾਰੀ ਨੇ ਆਪਣੀ ਵੱਡੀ ਘਬਰਾਹਟ ਕਿ ਉਸ ਦੀ ਅਤੇ ਉਸ ਦੇ ਤਬਕੇ ਨੂੰ ਗੁਰਬਾਣੀ ਨੇ ਨਕਾਰ ਕੀਤਾ ਹੈ, ਰੱਦ ਕੀਤਾ ਹੈ, ਇਸ ਦਾ ਹੱਲ ਕਿਸ ਤਰ੍ਹਾਂ ਕੀਤਾ। ਨਾਲ ਹੀ ਇਹ ਸਮਝਣਾ ਪਵੇਗਾ ਕਿ ਸਿੱਖ ਪੁਜਾਰੀ ਨੇ ਇਸ ਹਕੀਕਤ ਦਾ ਉਪਾਅ ਕਿਸ ਤਰ੍ਹਾਂ ਕੀਤਾ ਕਿ ਉਸ ਦੀ ਧਾਰਮਿਕ ਗਾਥਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਕਾਰਦੀ ਹੈ, ਖੰਡਨ ਕਰਦੀ ਹੈ। ਤਾਂ ਜੋ ਇਸ ਮਸਲੇ ਦਾ ਨਿਹਚਲ, ਚਿਰ ਸਥਾਈ ਅਤੇ ਅਮਿਟਵਾਂ ਉਪਾਅ ਕੀਤਾ ਜਾ ਸਕੇ, ਸਿੱਖ ਪੁਜਾਰੀ ਤਬਕੇ ਨੇ ਆਪਣਾ ਧਿਆਨ, ਪਰਵਾਹ ਤੇ ਤਵੱਜੋ ਗੁਰੂ ਗ੍ਰੰਥ ਸਾਹਿਬ ਵੱਲ ਅਤੇ ਗੁਰੂ ਗ੍ਰੰਥ ਸਾਹਿਬ ਨਾਲ ਤਲਕ ਰੱਖਦੀਆਂ ਵਿਸ਼ਿਆਂ ਵੱਲ ਕੀਤਾ। ਤੇ ਇਹ ਉਪਾਅ ਪੁਜਾਰੀ ਤਬਕੇ ਨੇ 7 ਪ੍ਰਯੋਜਨ ਭਰੇ ਕਦਮਾਂ ਜਾਂ 7 ਪੜਾਵਾਂ ਦੀ ਆੜ ਲੈ ਕੇ ਹਾਸਲ ਕੀਤਾ। ਪਹਿਲਾ ਕਦਮ ਜਾਂ ਪੜਾਵ ਉਸ ਸ਼ਖਸੀਅਤ ਦਾ ਨਿਬੇੜਾ ਜਾਂ ਖਾਤਮਾ ਕਰਨਾ ਸੀ ਜਿਸ ਨੇ ਸਿੱਖ ਮਤ ਦਾ ਮੂਲ ਪ੍ਰਤ ਧਾਰਮਿਕ ਗ੍ਰੰਥ ਪੋਥੀ ਸਾਹਿਬ ਦੀ ਦੇਣ ਦਿੱਤੀ, ਭਾਵ ਗੁਰੂ ਅਰਜਨ ਪਾਤਸ਼ਾਹ। ਆਖਰਕਾਰ ਪੋਥੀ ਸਾਹਿਬ ਉਹ ਗ੍ਰੰਥ ਸੀ ਜੋ ਇਸ ਪੁਜਾਰੀ ਤਬਕੇ ਦੀ ਹੋਂਦ ਵਿੱਚ ਕੰਡਾ ਬਣ ਕੇ ਚੁੱਭ ਰਿਹਾ ਸੀ, ਜੋ ਉਸ ਦੀ ਅੱਖ ਵਿੱਚ ਰੜਕ ਕੇ ਉਸ ਦੀ ਨੀਂਦ ਹਰਾਮ ਕਰ ਰਿਹਾ ਸੀ। ਪੁਜਾਰੀ ਤਬਕੇ ਦੇ ਦ੍ਰਿਸ਼ਟੀਕੋਣ ਤੋਂ ਪੁਜਾਰੀ ਦੇ ਇਸ ਭੈੜੇ ਹਸ਼ਰ ਦੀ ਜ਼ਿੰਮੇਵਾਰੀ ਗੁਰੂ ਅਰਜਨ ਪਾਤਸ਼ਾਹ ਦੀ ਸੀ ਤੇ ਉਹਨਾਂ ਦਾ ਗ੍ਰੰਥ ਸੀ। ਤੌਜ਼ਕੇ ਜਹਾਂਗੀਰੀ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਗੁਰੂ ਅਰਜਨ ਦੀ ਸ਼ਹੀਦੀ ਜਹਾਂਗੀਰ ਦੇ ਹੁਕਮ ਤੇ ਇਰਾਦੇ ਨਾਲ ਹੋਈ ਸੀ। ਜਹਾਂਗੀਰ ਲਿਖਦਾ ਹੈ ਕਿ ਕਾਫੀ ਸਮੇਂ ਤੋਂ ਉਸ ਦੀ ਨਜ਼ਰ ਗੁਰੂ ਅਰਜਨ ਪਾਤਸ਼ਾਹ 'ਤੇ ਸੀ ਅਤੇ ਉਹ ਸਿਰਫ ਕੋਈ ਬਹਾਨੇ ਦੀ ਉਡੀਕ ਵਿੱਚ ਸੀ ਤੇ ਬਹਾਨੇ ਦਾ ਵਰਦਾਨ, ਬਹਾਨੇ ਦਾ ਤੋਹਫਾ, ਬਹਾਨੇ ਦੀ ਨਿਆਮਤ ਉਸ ਸਮੇਂ ਦੇ ਪੁਜਾਰੀ ਤਬਕੇ ਨੇ ਜਹਾਂਗੀਰ ਦੇ ਅੱਗੇ ਪੇਸ਼ ਕੀਤੀ। ਕਿਉਂਕਿ ਪੁਜਾਰੀ ਦੇ ਅੱਖ ਦੀ ਰੜਕ ਪੋਥੀ ਸਾਹਿਬ ਦੀ ਰਚਨਾ ਸੀ, ਇਸ ਲਈ ਉਸਨੇ ਬਹਾਨਾ ਵੀ ਪੋਥੀ ਸਾਹਿਬ ਨਾਲ ਸੰਬੰਧਿਤ ਘੜਿਆ। ਪੁਜਾਰੀ ਤਬਕੇ ਨੇ ਇੱਕ ਕੁਫਰ ਜਹਾਂਗੀਰ ਦੇ ਕੰਨੀ ਪਾਇਆ ਕਿ ਪੋਥੀ ਸਾਹਿਬ ਵਿੱਚ ਗੁਰੂ ਅਰਜਨ ਜੀ ਨੇ ਇਸਲਾਮ ਦੇ ਖਿਲਾਫ, ਜੋ ਕਿ ਜਹਾਂਗੀਰ ਦਾ ਧਰਮ ਸੀ, ਅਤੇ ਸਨਾਤਨ ਮਤ ਦੇ ਵਿਰੋਧ ਵਿੱਚ, ਜੋ ਕਿ ਆਮ ਪ੍ਰਜਾ ਦਾ ਧਰਮ ਸੀ, ਦੇ ਬਰਖਲਾਫ ਰਚਨਾਵਾਂ ਸ਼ਾਮਿਲ ਕੀਤੀਆਂ। ਜਦ ਕਿ ਹਕੀਕਤ ਤੇ ਸਿਰਫ ਇੰਨੀ ਸੀ ਕਿ ਜੇ ਪੋਥੀ ਸਾਹਿਬ ਦੀਆਂ ਰਚਨਾਵਾਂ ਵਿੱਚ ਕਿਸੇ ਤੇ ਕਟਾਕਸ਼ ਕੀਤੀ ਸੀ ਤਾਂ ਉਹ ਸਿਰਫ ਤੇ ਸਿਰਫ ਪੁਜਾਰੀ ਤਬਕੇ ਤੇ ਕੀਤਾ ਸੀ। ਸਿੱਟਾ ਇਹ ਨਿਕਲਿਆ ਕਿ ਕੱਟੜ ਤੇ ਤੰਗਦਿਲ ਜਹਾਂਗੀਰ ਵੱਲੋਂ ਧਾਰਨ ਕੀਤੀ ਨੀਤੀ ਦਾ ਅਤੇ ਪੁਜਾਰੀ ਤਬਕੇ ਵੱਲੋਂ ਪੈਦਾ ਕੀਤੇ ਬਹਾਨੇ ਦਾ ਤਾਲਮੇਲ ਬਹਿ ਗਿਆ। ਇਤਿਹਾਸਕਾਰ ਪ੍ਰਿੰਸੀਪਲ ਸਤਬੀਰ ਸਿੰਘ ਆਪਣੀ ਕਿਤਾਬ ਸਾਡਾ ਇਤਿਹਾਸ ਵਿੱਚ ਪੰਨਾ 182 ਤੇ ਲਿਖਦਾ ਹੈ ਕਿ ਪੋਥੀ ਸਾਹਿਬ ਦੀ ਪਰਖ ਪੜਚੋਲ ਕਰਨ ਤੋਂ ਬਾਅਦ ਜਦ ਕੋਈ ਗਲਤ ਰਚਨਾ ਨਜ਼ਰ ਨਹੀਂ ਆਈ ਤਾਂ ਹੁਕਮ ਜਾਰੀ ਕਰ ਦਿੱਤਾ ਸੀ ਕਿ ਉਸ ਦੀਆਂ ਮਨਪਸੰਦ ਰਚਨਾਵਾਂ ਤੇ ਕਲਾਮ ਪੋਥੀ ਸਾਹਿਬ ਵਿੱਚ ਦਰਜ ਕੀਤੀਆਂ ਜਾਣ। ਤੇ ਸਾਨੂੰ ਪਤਾ ਹੈ ਕਿ ਪਾਤਸ਼ਾਹ ਨੇ ਗੁਰਬਾਣੀ ਦੀ ਪਵਿੱਤਰਤਾ ਆਪਣੀ ਕੁਰਬਾਨੀ ਦੇ ਕੇ ਕਾਇਮ ਰੱਖੀ। ਪਰ ਜ਼ਰੂਰੀ ਨੁਕਤਾ ਜੋ ਸਾਡੇ ਸਾਹਮਣੇ ਆਉਂਦਾ ਹੈ ਉਹ ਇਹ ਹੈ ਕਿ ਪੋਥੀ ਸਾਹਿਬ 'ਤੇ ਝੂਠੇ, ਬੇਬੁਨਿਆਦ
ਅਤੇ ਕਪਟੀ ਇਲਜ਼ਾਮ ਲਾਉਣੇ ਨਾ ਸਿਰਫ ਪੁਜਾਰੀ ਤਬਕੇ ਦੀ ਖੋਟ ਦਾ ਪ੍ਰਗਟਾਵਾ ਸੀ, ਲੇਕਿਨ ਇਹ ਵੀ ਸਪਸ਼ਟ ਹੁੰਦਾ ਹੈ ਕਿ ਪੁਜਾਰੀ ਦੀ ਖੋਟ ਦਾ ਅਸਲੀ ਨਿਸ਼ਾਨਾ ਪੋਥੀ ਸਾਹਿਬ ਤੇ ਉਸ ਦੇ ਰਚਨਹਾਰ ਸਨ। ਹੁਣ ਭਾਵੇਂ ਉਸ ਸਮੇਂ ਦੇ ਪੁਜਾਰੀ ਸ਼੍ਰੇਣੀ ਦਾ ਗੁਰੂ ਅਰਜਨ ਪਾਤਸ਼ਾਹ ਦੇ ਕਤਲ ਵਿੱਚ ਪੂਰਾ ਹੱਥ ਸੀ, ਪਰ ਇਸ ਹੱਥ 'ਤੇ ਪਰਦਾ ਪਾ ਰੱਖਣਾ ਵੀ ਲਾਜ਼ਮੀ ਸੀ। ਇਹ ਲਕਸ਼ ਸਿੱਖ ਪੁਜਾਰੀ ਨੇ ਸ਼ਹੀਦੀ ਦੇ ਕਾਰਨਾਂ ਬਾਰੇ ਨਕਲੀ ਅਤੇ ਝੂਠੀ ਗਾਥਾ ਪੈਦਾ ਕਰਕੇ ਪੂਰਾ ਕੀਤਾ, ਤਾਂ ਜੋ ਅਸਲੀ ਕਾਰਨਾਂ ਅਤੇ ਪੁਜਾਰੀ ਦੇ ਹੱਥ ਬਾਰੇ ਪਰਦਾ ਪਿਆ ਰਹੇ। ਇਹ ਸਾਡੇ ਮੁੱਢਲੇ ਸਰੋਤ ਹਨ, ਜੋ ਕਿ ਨਿਰਮਲਿਆਂ ਦੀਆਂ ਲਿਖਤਾਂ ਹਨ, ਜਿਨ੍ਹਾਂ ਲਿਖਤਾਂ ਨੂੰ ਅਸੀਂ ਆਪਣੀ ਅਗਿਆਨਤਾ ਦੇ ਸ਼ਿਕਾਰ ਹੋ ਕੇ ਪੁਰਾਤਨ ਇਤਿਹਾਸ ਦਾ ਦਰਜਾ ਦੇ ਛੱਡਿਆ। ਇਹਨਾਂ ਗ੍ਰੰਥਾਂ ਵਿੱਚ ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਦਾ ਵਰਤਾਂਤ ਦਰਜ ਹੈ। ਬੰਸਾਵਲੀਨਾਮਾ, ਮਹਿਮਾ ਪ੍ਰਕਾਸ਼ ਵਾਰਤਕ ਵਿੱਚ, ਮਹਿਮਾ ਪ੍ਰਕਾਸ਼ ਕਾਵਿ ਰੂਪੀ, ਸਿੱਖਾਂ ਦੀ ਭਗਤਮਾਲ, ਗੁਰਬਿਲਾਸ ਪਾਤਸ਼ਾਹੀ ਛੇਵੀਂ, ਗੁਰਪ੍ਰਤਾਪ ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼ ਕਾਵਿ ਰੂਪੀ ਅਤੇ ਤਵਾਰੀਖ ਗੁਰੂ ਖਾਲਸਾ ਵਾਰਤਕ ਰੂਪ ਵਾਲਾ। ਇਹਨਾਂ ਗ੍ਰੰਥਾਂ ਦੇ ਲਿਖਾਰੀਆਂ ਨੇ ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਦਾ ਵਰਤਾਂਤ ਦਰਸਾਉਂਦਿਆਂ ਤੁੱਛ, ਬੇਬੁਨਿਆਦ, ਤਰਕਹੀਣ ਤੇ ਨਿਰਮੂਲ ਕਾਰਨ ਪੇਸ਼ ਕੀਤੇ ਹਨ, ਜੈਸੇ ਕਿ ਚੰਦੂ ਦਾ ਹੱਥ, ਰਿਸ਼ਤਾ ਠੁਕਰਾਉਣਾ ਅਤੇ ਗੁਰੂ ਅਰਜਨ ਪਾਤਸ਼ਾਹ ਨੇ ਜਜ਼ੀਆ ਜਾਂ ਟੈਕਸ ਨਾ ਭਰਨਾ। ਇਹੋ ਜਿਹੇ ਨਖਿੱਧ ਸਬੱਬ ਦਰਸਾਉਣ ਪਿੱਛੇ 3 ਕਾਰਨ ਹਨ। ਪਹਿਲਾ, ਗੁਰੂ ਅਰਜਨ ਜੀ ਦੀ ਸ਼ਹੀਦੀ ਦੇ ਅਸਲੀ ਕਾਰਨ ਨੂੰ ਧੁੰਦਲਾਉਣਾ ਅਤੇ ਪਾਤਸ਼ਾਹ ਦੇ ਕਤਲ ਵਿੱਚ ਪੁਜਾਰੀ ਸ਼੍ਰੇਣੀ ਦੇ ਹੱਥ 'ਤੇ ਪਰਦਾ ਪਾਉਣਾ। ਦੂਜਾ, ਇਸ ਗੱਲ 'ਤੇ ਪਰਦਾ ਪਾਉਣਾ ਕਿ ਸ਼ਹੀਦੀ ਦਾ ਪੋਥੀ ਸਾਹਿਬ ਦੀ ਰਚਨਾ ਤੇ ਸੰਪਾਦਨਾ ਨਾਲ ਗੂੜਾ ਤਲਕ ਸੀ। ਤੀਜਾ, ਹੋਰਨਾਂ ਨੂੰ ਕਸੂਰਵਾਰ ਠਹਿਰਾਉਣਾ, ਜੈਸੇ ਕਿ ਚੰਦੂ ਅਤੇ ਖੁਸਰੋ ਨੂੰ। ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਨਿਰਮਲੇ ਉਦਾਸੀ ਪੁਜਾਰੀਵਾਦ ਤਬਕੇ ਦੇ ਪੈਦਾ ਕੀਤੇ ਗ੍ਰੰਥਾਂ ਦੇ ਭੰਡਾਰ ਨੂੰ ਸਾਡਾ ਪੰਥ ਇਤਿਹਾਸਕ ਸਰੋਤ ਦਾ ਦਰਜਾ ਦੇ ਬੈਠਾ ਹੈ। ਇਹਨਾਂ ਗ੍ਰੰਥਾਂ ਦੇ ਵਰਤਾਂਤ ਇਤਨੇ ਕਾਮਯਾਬ ਹੋਏ ਤੇ ਸਾਡੇ ਸਿੱਖ ਪੁਜਾਰੀ ਤਬਕੇ ਨੇ ਸਾਡੀਆਂ ਸੰਗਤਾਂ ਨੂੰ ਅਜਿਹੇ ਤਰੀਕੇ ਨਾਲ ਸੁਣਾਏ ਕਿ ਸੰਸਾਰ ਭਰ ਦੀ ਸਭ ਤੋਂ ਮਹਾਨ ਸ਼ਹੀਦੀ ਨੂੰ ਅਸੀਂ ਛਬੀਲ ਲਾਉਣ ਦਾ ਤਿਉਹਾਰ ਬਣਾ ਕੇ ਰੱਖ ਦਿੱਤਾ। ਸੋ ਇਹ ਪਹਿਲਾ ਕਦਮ ਸੀ ਜਾਂ ਪਹਿਲਾ ਪੜਾਅ ਸੀ ਉਸ ਸ਼ਖਸੀਅਤ ਦਾ ਖਾਤਮਾ ਕਰਨਾ, ਜਿਸ ਨੇ ਸਿੱਖ ਮੱਤ ਦਾ ਮੂਲ ਪ੍ਰਤ ਧਾਰਮਿਕ ਗ੍ਰੰਥ ਪੋਥੀ ਸਾਹਿਬ ਰੂਹਾਨੀ ਸੰਸਾਰ ਨੂੰ ਬਖਸ਼ਿਆ। ਯਾਦ ਰੱਖਣ ਦੀ ਲੋੜ ਹੈ ਕਿ ਭਾਵੇਂ ਨਿਸ਼ਾਨਾ ਗੁਰੂ ਅਰਜਨ ਪਾਤਸ਼ਾਹ ਦਾ ਕਤਲ ਸੀ, ਪਰ ਪੁਜਾਰੀ ਤਬਕੇ ਲਈ ਮੂਲ ਨਿਸ਼ਾਨਾ ਪੋਥੀ ਸਾਹਿਬ ਸੀ। ਦੂਜਾ ਪੜਾਅ ਇਹ ਸੀ ਪੋਥੀ ਸਾਹਿਬ ਦੀ ਪ੍ਰਥਾਏ ਨਖਿੱਧ ਇਤਿਹਾਸਕ ਗਾਥਾ ਵਜੂਦ ਕਰਨੀ। ਮੂਲ ਲਕਸ਼ ਇਹੋ ਸੀ ਕਿ ਪੋਥੀ ਸਾਹਿਬ ਦੀ ਮਹਾਨਤਾ, ਪਵਿੱਤਰਤਾ ਤੇ ਉੱਚੀ ਪਦਵੀ ਨੂੰ ਨੀਵਾਂ ਕਰਕੇ ਪੇਸ਼ ਕਰਨਾ, ਤੁੱਛ ਤੇ ਛੋਟਾ ਕਰਕੇ ਪੇਸ਼ ਕਰਨਾ। ਇਸ ਪ੍ਰਥਾਏ ਸਾਡੇ ਪੁਜਾਰੀ ਤਬਕੇ ਨੇ ਪੋਥੀ ਸਾਹਿਬ ਦੇ ਵਜੂਦ ਵਿੱਚ ਆਉਣ ਬਾਰੇ ਆਪਣੇ ਗ੍ਰੰਥਾਂ ਰਾਹੀਂ ਮਨ ਘੜਤ ਕਹਾਣੀਆਂ ਘੜ ਕੇ ਪੇਸ਼ ਕੀਤੀਆਂ। ਪਹਿਲੇ ਮੈਂ ਹਕੀਕੀ ਵਰਤਾਂਤ ਤੁਹਾਡੇ ਸਾਹਮਣੇ ਰੱਖ ਦੇਵਾਂ। ਇਹ ਅਸਲੀ ਵਾਰਤਾ ਸਾਨੂੰ ਇਹਨਾਂ ਇਤਿਹਾਸਕਾਰਾਂ ਅਤੇ ਖੋਜੀਆਂ ਦੀਆਂ ਲਿਖਤਾਂ ਤੋਂ ਮਿਲਦੀ ਹੈ। ਪ੍ਰੋਫੈਸਰ ਸਾਹਿਬ ਸਿੰਘ ਆਦਿਬੀੜ ਬਾਰੇ, ਪ੍ਰੋਫੈਸਰ ਪਿਆਰਾ ਸਿੰਘ ਪਦਮ, ਸ੍ਰੀ ਗੁਰੂ ਗ੍ਰੰਥ ਪ੍ਰਕਾਸ਼, ਪ੍ਰੋਫੈਸਰ ਹਰਭਜਨ ਸਿੰਘ ਗੁਰਬਾਣੀ ਸੰਪਾਦਨ ਨਿਰਣੈ ਅਤੇ ਪ੍ਰਿੰਸੀਪਲ ਸਤਬੀਰ ਸਿੰਘ ਸਾਡਾ ਇਤਿਹਾਸ ਭਾਗ ਪਹਿਲਾ। ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਇਹਨਾਂ ਵਿੱਚੋਂ ਨਾ ਕੋਈ ਪੁਜਾਰੀ ਹੈ ਅਤੇ ਨਾ ਹੀ ਪੁਜਾਰੀ ਤਬਕੇ ਨਾਲ ਸੰਬੰਧ ਰੱਖਦਾ ਹੈ। ਹੋਰ ਧਿਆਨ ਗੋਚਰੇ ਲਿਆਉਣ ਵਾਲਾ ਨੁਕਤਾ ਇਹ ਹੈ ਕਿ ਇਹ ਸਾਰੀ ਖੋਜ ਪਿਛਲੇ 50-60 ਸਾਲਾਂ ਵਿੱਚ ਸਾਡੇ ਸਾਹਮਣੇ ਆਈ ਹੈ। ਤੋ ਪਿਆਰਿਓ, ਅਸਲੀਅਤ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਬਾਣੀ ਆਪਣੀ ਪੋਥੀ ਵਿੱਚ ਆਪ ਦਰਜ ਕੀਤੀ। ਪਾਤਸ਼ਾਹ ਨੇ ਭਗਤਾਂ ਦੇ ਆਸ਼ਰਮਾਂ 'ਤੇ ਜਾ ਕੇ ਜੋ ਬਾਣੀ ਇਕੱਠੀ ਕੀਤੀ, ਉਸ ਨੂੰ ਵੀ ਆਪਣੀ ਪੋਥੀ ਵਿੱਚ ਦਰਜ ਕੀਤਾ।
ਭਾਵ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਬਾਣੀ ਖੁਦ ਲਿਖੀ ਅਤੇ ਭਗਤਾਂ ਦੀ ਬਾਣੀ ਇਕੱਠੀ ਕੀਤੀ। ਜਦ ਗੁਰਤਾ ਗੱਦੀ ਭਾਈ ਲਹਿਣੇ ਤੱਕ ਪਹੁੰਚੀ ਤਾਂ ਬਾਣੀ ਦੀ ਪੋਥੀ ਗੁਰੂ ਅੰਗਦ ਜੀ ਦੇ ਸਪੁਰਦ ਕੀਤੀ, ਜਿਨ੍ਹਾਂ ਵਿੱਚ ਉਹਨਾਂ ਆਪਣੀ ਬਾਣੀ ਲਿਖ ਕੇ ਗੁਰੂ ਅਮਰਦਾਸ ਜੀ ਦੇ ਹਵਾਲੇ ਕੀਤੀ। ਫਿਰ ਗੁਰੂ ਰਾਮਦਾਸ ਜੀ ਅਤੇ ਅਖੀਰ ਵਿੱਚ ਗੁਰੂ ਅਰਜਨ ਜੀ ਪਾਸ ਸਮੂਹ ਬਾਣੀ ਦਾ ਭੰਡਾਰ ਪੁੱਜਾ। ਇਸ ਤਰ੍ਹਾਂ ਗੁਰੂ ਦਰ ਗੁਰੂ ਇਹ ਬਾਣੀ ਦੀਆਂ ਪੋਥੀਆਂ ਗੁਰੂ ਅਰਜਨ ਤੱਕ ਪਹੁੰਚੀਆਂ, ਜਿਨ੍ਹਾਂ ਨੇ ਸਾਰੀ ਬਾਣੀ ਇਕੱਠੀ ਕਰਕੇ ਆਪਣੀ ਤੇ 10 ਭੱਟਾਂ ਦੀ ਬਾਣੀ ਚੜ੍ਹਾ ਕੇ ਪੋਥੀ ਸਾਹਿਬ ਦਾ ਸੰਪੂਰਨ ਰੂਪ ਸੰਪਾਦਨ ਕਰ ਦਿੱਤਾ। ਨਿਚੋੜ ਰੂਪੀ ਗੱਲ ਇਹ ਹੈ ਕਿ ਪੋਥੀ ਸਾਹਿਬ ਨੂੰ ਵਜੂਦ ਵਿੱਚ ਲਿਆਉਣ ਦੀ ਭਾਵਨਾ, ਉਸ ਦਾ ਇਰਾਦਾ ਤੇ ਮਨੋਰਥ ਗੁਰੂ ਅਰਜਨ ਪਾਤਸ਼ਾਹ ਦਾ ਆਪਣਾ ਸੀ। ਪਰ ਜੇਕਰ ਅਸੀਂ ਇਹ ਨਿਰਮਲੇ ਪੁਜਾਰੀ ਤਬਕੇ ਦੇ ਲਿਖੇ ਗ੍ਰੰਥਾਂ ਵੱਲ ਨਿਗਾਹ ਮਾਰੀਏ, ਕੇਸਰ ਸਿੰਘ ਛਿਬਰ ਦਾ ਬੰਸਾਵਲੀਨਾਮਾ, ਬਾਬਾ ਕਿਰਪਾਲ ਸਿੰਘ ਦਾ ਮਹਿਮਾ ਪ੍ਰਕਾਸ਼ ਵਾਰਤਕ ਵਾਲਾ, ਬਾਬਾ ਸਰੂਪ ਦਾਸ ਭੱਲਾ ਦਾ ਮਹਿਮਾ ਪ੍ਰਕਾਸ਼ ਕਾਵ ਰੂਪੀ, ਨਿਰਮਲਾ ਸੂਰਤ ਸਿੰਘ ਦੀ ਸਿੱਖੀ ਦੀ ਭਗਤਮਾਲ, ਨਿਰਮਲੇ ਗੁਰਮੁਖ ਸਿੰਘ ਅਤੇ ਦਰਬਾਰਾ ਸਿੰਘ ਕਵੀ ਸੋਹਣ ਦੇ ਉਪਨਾਮ ਹੇਠ ਪ੍ਰਕਾਸ਼ਿਤ ਗੁਰਬਿਲਾਸ ਪਾਤਸ਼ਾਹੀ 6ਵੀਂ, ਨਿਰਮਲਾ ਕਵੀ ਸੰਤੋਖ ਸਿੰਘ ਦਾ ਗੁਰਪ੍ਰਤਾਪ ਸੂਰਜ ਪ੍ਰਕਾਸ਼, ਨਿਰਮਲਾ ਗਿਆਨੀ ਗਿਆਨ ਸਿੰਘ ਦਾ ਪੰਥ ਪ੍ਰਕਾਸ਼ ਕਾਵ ਰਚਨਾ ਅਤੇ ਤਵਾਰੀਖ ਗੁਰੂ ਖਾਲਸਾ ਵਾਰਤਕ ਵਾਲਾ। ਜੇ ਅਸੀਂ ਇਹਨਾਂ ਦੇ ਲਿਖੇ ਗ੍ਰੰਥਾਂ ਨੂੰ ਫਰੋਲੀਏ ਤਾਂ ਜ਼ਮੀਨ ਅਸਮਾਨ ਦੇ ਫਰਕ ਵਾਲੀ ਕੁਝ ਹੋਰ ਕਹਾਣੀ ਮਿਲਦੀ ਹੈ। ਜਿਹੜੀ ਗਾਥਾ ਇਹਨਾਂ ਗ੍ਰੰਥਾਂ ਵਿੱਚ ਪ੍ਰਚਾਰੀ ਗਈ ਹੈ ਉਹ ਇਹ ਹੈ ਕਿ ਪੋਥੀ ਸਾਹਿਬ ਨੂੰ ਵਜੂਦ ਵਿੱਚ ਲਿਆਉਣ ਦੀ ਭਾਵਨਾ ਤੇ ਇਰਾਦਾ ਗੁਰੂ ਅਰਜਨ ਪਾਤਸ਼ਾਹ ਦਾ ਆਪਣਾ ਨਹੀਂ ਸੀ, ਬਲਕਿ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਵੱਲੋਂ ਉਠਾਏ ਕਦਮ ਦੀ ਪ੍ਰਤੀਕਿਰਿਆ ਜਾਂ ਜਵਾਬ ਦੇ ਰੂਪ ਵਿੱਚ ਸੀ। ਕਿ ਕਿਉਂਕਿ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਨੇ ਗੁਰੂ ਨਾਨਕ ਦੇ ਨਾਮ ਹੇਠ ਰਚਨਾਵਾਂ ਲਿਖ ਕੇ ਇੱਕ ਮੁਕੰਮਲ ਬੀੜ ਜਾਂ ਗ੍ਰੰਥ ਤਿਆਰ ਕਰ ਲਿਆ ਸੀ, ਇਸ ਕਰਕੇ ਗੁਰੂ ਅਰਜਨ ਪਾਤਸ਼ਾਹ ਨੂੰ ਪੋਥੀ ਸਾਹਿਬ ਤਿਆਰ ਕਰਨੀ ਪਈ ਤਾਂ ਜੋ ਸੱਚੀ ਅਤੇ ਕੱਚੀ ਬਾਣੀ ਦਾ ਨਖੇੜ ਹੋ ਸਕੇ। ਭਾਵ ਪੋਥੀ ਸਾਹਿਬ ਸੋਢੀ ਮਿਹਰਬਾਨ ਵੱਲੋਂ ਗੁਰੂ ਨਾਨਕ ਦੇ ਨਾਮ ਹੇਠ ਰਚਨਾਵਾਂ ਲਿਖ ਕੇ ਤਿਆਰ ਕੀਤੀ ਬੀੜ ਦੇ ਮੁਕਾਬਲੇ ਵਿੱਚ ਵਜੂਦ ਵਿੱਚ ਆਈ। ਜੇਕਰ ਅਸੀਂ ਇਹਨਾਂ ਗ੍ਰੰਥਾਂ ਵਿਚਲੇ ਇਸ ਦਾਅਵੇ ਦੀ ਪਰਖ ਪੜਚੋਲ ਕਰੀਏ ਤਾਂ ਪਤਾ ਚੱਲੇਗਾ ਕਿ ਪੋਥੀ ਸਾਹਿਬ ਦੀ ਸੰਪਾਦਨਾ ਦਾ ਆਰੰਭ 1603 ਵਿੱਚ ਹੋਇਆ। ਮਿਹਰਬਾਨ ਦਾ ਜਨਮ 1585 ਦਾ ਹੈ। ਇਸ ਦਾ ਮਤਲਬ ਇਹ ਨਿਕਲਦਾ ਹੈ ਕਿ ਮਿਹਰਬਾਨ ਨੇ 18 ਸਾਲ ਦੀ ਉਮਰ ਵਿੱਚ ਨਾਨਕ ਦੇ ਨਾਮ ਹੇਠ ਸੰਪੂਰਨ ਗ੍ਰੰਥ ਮੁਕੰਮਲ ਕਰ ਦਿੱਤਾ। ਇਹ ਦੂਜੀ ਗਾਥਾ ਹੈ ਜਿਹੜੀ ਇਹਨਾਂ ਗ੍ਰੰਥਾਂ ਵਿੱਚ ਪ੍ਰਚਾਰੀ ਗਈ ਹੈ ਕਿ 4 ਗੁਰੂਆਂ ਦੀ ਬਾਣੀ ਬਾਬਾ ਮੋਹਣ ਕੋਲ ਸੀ। ਗੁਰੂ ਅਰਜਨ ਜੀ ਨੇ ਪਹਿਲੇ ਭਾਈ ਗੁਰਦਾਸ ਜੀ, ਫਿਰ ਬਾਬਾ ਬੁੱਢਾ ਜੀ ਘੱਲੇ ਇਹ ਪੋਥੀਆਂ ਵਾਪਸ ਲੈਣ ਲਈ, ਜਿਨ੍ਹਾਂ ਦਾ ਸਦਕਾ ਪੋਥੀ ਸਾਹਿਬ ਤਿਆਰ ਕਰਨਾ ਤੇ ਹੋਣਾ ਸੀ। ਜਦੋਂ ਮੋਹਨ ਨੇ ਪੋਥੀਆਂ ਦੇਣ ਤੋਂ ਇਨਕਾਰ ਕੀਤਾ, ਫਿਰ ਗੁਰੂ ਸਾਹਿਬ ਆਪ ਚੱਲ ਕੇ ਗਏ ਤੇ ਜਦੋਂ ਮੋਹਨ ਨੇ ਗੁਰੂ ਸਾਹਿਬ ਨੂੰ ਵੀ ਪੋਥੀਆਂ ਦੇਣ ਤੋਂ ਇਨਕਾਰ ਕੀਤਾ ਤਾਂ ਪਾਤਸ਼ਾਹ ਨੇ ਉੱਥੇ ਬਾਣੀ ਉਚਾਰਨ ਕੀਤੀ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੋਹਨ ਤੇਰੇ ਸੋਹਣ ਦਵਾਰ ਜਿਉ ਸੰਤ ਧਰਮਸ਼ਾਲਾ। ਭਾਵ ਹੈ ਮੋਹਨ ਤੇਰਾ ਚੁਬਾਰਾ ਉੱਚਾ ਤੇ ਅਪਾਰ ਹੈ, ਤੇਰਾ ਸੋਹਣਾ ਦਵਾਰ ਪਰਮਾਤਮਾ ਦੇ ਮਾਰਗ ਵਾਲਾ ਰਸਤਾ ਹੈ। ਜਦੋਂ ਮੋਹਨ ਨੇ ਆਪਣੀ ਪ੍ਰਸ਼ੰਸਾ ਸੁਣੀ ਤਾਂ ਉਸ ਨੇ ਪੋਥੀਆਂ ਗੁਰੂ ਅਰਜਨ ਪਾਤਸ਼ਾਹ ਦੇ ਹਵਾਲੇ ਕਰ ਦਿੱਤੀਆਂ। ਜੇਕਰ ਅਸੀਂ ਇਸ ਗਾਥਾ ਦੀ ਪਰਖ ਪੜਚੋਲ ਕਰੀਏ ਤਾਂ ਹੇਠਲੇ ਕੁਝ ਸਵਾਲ ਜਵਾਬ ਮੰਗਦੇ ਹਨ। ਪਹਿਲਾ, ਇਹ ਕਿਵੇਂ ਹੋ ਸਕਦਾ ਹੈ ਕਿ 4 ਗੁਰੂਆਂ ਨੇ ਬਾਣੀ ਉਚਾਰਨ ਕੀਤੀ, ਫਿਰ ਉਸ ਨੂੰ ਲਿਖਤੀ ਰੂਪ ਦੇ ਕੇ ਪੋਥੀਆਂ ਦੇ ਰੂਪ ਵਿੱਚ ਮੋਹਨ ਦੇ ਹਵਾਲੇ ਕਰ ਦਿੱਤੀਆਂ। ਦੂਜਾ, ਕੀ ਗੁਰੂ ਅਰਜਨ ਜੀ ਬਾਬਾ ਮੋਹਨ ਦੀ ਖੁਸ਼ਾਮਦ ਵਿੱਚ
ਬਾਣੀ ਦਾ ਸ਼ਬਦ ਉਚਾਰਨ ਕਰ ਸਕਦੇ ਸੀ। ਤੀਜਾ, ਮੋਹਨ ਲਫ਼ਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ 97 ਵੇਰ ਆਇਆ ਹੈ। ਕਿ ਗੁਰੂ ਨਾਨਕ, ਗੁਰੂ ਅੰਗਦ ਪਾਤਸ਼ਾਹ, ਗੁਰੂ ਅਮਰਦਾਸ, ਗੁਰੂ ਰਾਮਦਾਸ ਪਾਤਸ਼ਾਹ ਨੇ ਵੀ ਬਾਬੇ ਮੋਹਨ ਲਈ ਵਰਤਿਆ ਸੀ? ਇਹ ਕੁਝ ਹੋਰ ਤੱਥ ਹਨ ਜਿਨ੍ਹਾਂ ਨੂੰ ਧਿਆਨ ਗੋਚਰੇ ਕਰਨਾ ਬਣਦਾ ਹੈ। ਪਹਿਲਾ, ਸ਼ਬਦ ਵਿਚਲੇ ਮੋਹਨ ਦਾ ਭਾਵ ਅਕਾਲ ਪੁਰਖ ਹੈ। ਦੂਜਾ, ਸਾਰੇ 8 ਗ੍ਰੰਥਾਂ ਵਿੱਚ ਬਾਬਾ ਮੋਹਨ ਵਾਲੀਆਂ ਪੋਥੀਆਂ ਦਾ ਗੁਰੂ ਅਰਜਨ ਪਾਤਸ਼ਾਹ ਤੱਕ ਪਹੁੰਚਾਉਣ ਦੀ ਗਾਥਾ ਹੈ, ਲੇਕਿਨ ਕਿਸੇ ਵਿੱਚ ਵੀ ਇਹ ਪੋਥੀਆਂ ਦਾ ਬਾਬਾ ਮੋਹਨ ਤੱਕ ਵਾਪਸ ਕਰਨ ਦੀ ਵਾਰਤਾ ਨਹੀਂ। ਪਰੰਤੂ ਦਾਅਵਾ ਇਹ ਹੈ ਕਿ ਇਹ ਮੋਹਨ ਪੋਥੀਆਂ ਅੱਜ ਵੀ ਮੌਜੂਦ ਹਨ ਅਤੇ 2 ਭਾਗਾਂ ਵਿੱਚ ਹਨ। ਜੇ ਥੋੜ੍ਹੀ ਹੋਰ ਪਰਖ ਪੜਚੋਲ ਕਰੀਏ ਤਾਂ ਇਹ ਇੱਕ ਪੌੜੀ ਹੈ ਜੋ ਕਿ ਭਾਈ ਗੁਰਦਾਸ ਦੀ 26ਵੀਂ ਵਾਰ ਵਿੱਚ ਦਰਜ ਹੈ, ਜਿਸ ਦਾ ਮਜ਼ਮੂਨ ਸਾਡੇ ਗੁਰੂਆਂ ਦੀ ਔਲਾਦ ਹੈ, ਖਾਸ ਕਰਕੇ ਉਹ ਸੰਤਾਨ ਜਿਹੜੀ ਗੁਰੂ ਤੋਂ ਬੇਮੁਖ ਹੋ ਗਈ ਸੀ। ਅਸੀਂ ਇਸ ਪੌੜੀ ਨੂੰ ਬੇਮੁਖ ਤੇ ਬਾਗੀ ਔਲਾਦ ਦੀ ਪੌੜੀ ਕਹਿ ਸਕਦੇ ਹਾਂ। ਬਾਲ ਜਤੀ ਹੈ ਸ੍ਰੀ ਚੰਦ, ਬਾਬਾਣਾ ਦੇਹਰਾ ਬਣਾਇਆ। ਸ੍ਰੀ ਚੰਦ ਆਪਣਾ ਹੀ ਧਰਮ ਚਲਾ ਕੇ ਬਹਿ ਗਿਆ। ਮੀਣਾ ਹੋਆ ਪਿਰਥੀਆ, ਕਰ ਕਰ ਤੋੜਕ ਭਲ ਰਚਾਇਆ। ਪਿਰਥੀ ਚੰਦ ਨੂੰ ਮੀਣਾ ਆਖਿਆ ਹੈ ਭਾਈ ਜੀ ਨੇ। ਅਤੇ ਜਦੋਂ ਮੋਹਨ ਦੀ ਗੱਲ ਆਉਂਦੀ ਹੈ ਤਾਂ ਭਾਈ ਜੀ ਕਹਿੰਦੇ ਹਨ, ਮੋਹਨ ਕਮਲਾ ਹੋਇਆ, ਚੌਬਾਰਾ ਮੋਹਰੀ ਮਨਾਇਆ। ਮੋਹਨ ਦਾ ਵਰਣਨ ਇਹ ਹੈ ਕਿ ਉਹ ਕਮਲਾ ਸੀ। ਸੋ ਹੁਣ ਜਿਹੜੇ ਸਵਾਲ ਉੱਠਦੇ ਨੇ, ਇਹਨਾਂ ਪੁਜਾਰੀ ਵਰਗ ਦੇ ਲਿਖੇ ਗ੍ਰੰਥਾਂ ਨੂੰ ਪੜ੍ਹ ਕੇ, ਉਹ ਇਹ ਨੇ ਕਿ ਕਮਲੇ ਇਨਸਾਨ ਕੋਲ ਨਿਰਮੋਲਕ ਅਤੇ ਕੀਮਤੀ ਗੁਰਬਾਣੀ ਕਿਸ ਤਰ੍ਹਾਂ ਹੱਥ ਆ ਗਈ। ਇੱਕ ਕਮਲੇ ਇਨਸਾਨ ਦੀ ਖੁਸ਼ਾਮਦ ਗੁਰਬਾਣੀ ਵਿੱਚ ਕਿਸ ਤਰ੍ਹਾਂ ਹੋ ਸਕਦੀ ਹੈ। ਭਾਈ ਗੁਰਦਾਸ ਜੀ ਦੀ ਆਖਰੀ ਪੰਕਤੀ ਸਿੱਖਿਆ ਪ੍ਰਦ ਹੈ, ਸਿੱਖਿਆ ਨਾਲ ਭਰੀ ਹੈ। ਚੰਦਨ ਵਾਸ ਨਾ ਵਾਸ ਬੁਹਾਇਆ, ਭਾਵ ਇਹਨਾਂ ਸਾਰਿਆਂ ਨੂੰ ਸਮੇਤ ਮੋਹਨ ਦੇ ਗੁਰਬਾਣੀ ਦੀ ਸੁਗੰਧੀ ਨਹੀਂ ਆਈ। ਸੋ ਸਿੱਟਾ ਇਹ ਹੈ ਕਿ ਬਾਬਾ ਮੋਹਨ ਦਾ ਗੁਰਬਾਣੀ ਦੀਆਂ ਪੋਥੀਆਂ ਦਾ ਮਾਲਕ ਹੋਣ ਵਾਲੀ ਗਾਥਾ ਬਣਾਵਟੀ ਹੈ, ਸਿਰਫ ਇਹ ਗੱਲ ਦਰਸਾਉਣ ਲਈ ਕਿ ਪੋਥੀ ਸਾਹਿਬ ਅਤੇ ਪੋਥੀ ਸਾਹਿਬ ਦੇ ਕਰਤੇ ਦੀ ਮਹਾਨਤਾ, ਪਵਿੱਤਰਤਾ ਅਤੇ ਉੱਚੀ ਪਦਵੀ ਬਾਬਾ ਮੋਹਨ ਦੇ ਆਸਰੇ ਹੀ ਸੀ। ਜੇ ਅਸੀਂ ਮੰਨ ਵੀ ਲਈਏ ਕਿ ਵਾਕਿਆ 4 ਗੁਰੂਆਂ ਨੇ ਆਪਣੀ ਬਾਣੀ ਲਿਖ ਕੇ 2 ਪੋਥੀਆਂ ਦੇ ਰੂਪ ਵਿੱਚ ਬਾਬਾ ਮੋਹਨ ਦੇ ਹਵਾਲੇ ਕੀਤੀਆਂ ਸਨ, ਤਾਂ ਫਿਰ ਇਹ ਬਾਬਾ ਮੋਹਨ ਵਾਲੀ ਪਹਿਲੀ ਪੋਥੀ ਵਿੱਚ ਆਇਆ ਆਰੰਭਕ ਵਾਕ ਵੱਲ ਨਿਗਾਹ ਮਾਰੀਏ। ਇੱਕ ਓੰਕਾਰ ਸਤਿਗੁਰੂ ਪ੍ਰਸਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਇੱਕ ਓੰਕਾਰ ਸਤਨਾਮ ਹੈ। ਅਗਲਾ ਲਫ਼ਜ਼ ਹੈ ਸੱਚਨਾਮ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਸਤਨਾਮ ਹੈ। ਅਗਲਾ ਲਫ਼ਜ਼ ਕਰਤਾਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਰਤਾ ਪੁਰਖ ਹੈ। ਫਿਰ ਨਿਰਭਉ ਹੈ, ਜੋ ਸ਼ਾਇਦ ਇੱਕੋ ਇੱਕ ਲਫ਼ਜ਼ ਹੈ ਜੋ ਸਹੀ ਹੈ। ਅੱਗੇ ਨਿਰੀਕਾਰ ਹੈ। ਇਹ ਲਫ਼ਜ਼ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਰੰਭਕ ਵਾਕ ਵਿੱਚ ਮਿਲਦਾ ਹੀ ਨਹੀਂ। ਜੇਕਰ ਅਸੀਂ ਇਹ ਮੰਨ ਲਈਏ ਕਿ ਇਹ ਆਰੰਭਕ ਵਾਕ ਸਾਡੇ ਗੁਰੂਆਂ ਨੇ ਇਹਨਾਂ ਪੋਥੀਆਂ ਵਿੱਚ ਲਿਖਿਆ ਸੀ, ਤਾਂ ਇਹ ਬੇਸ਼ੁਮਾਰ ਅਸ਼ੁੱਧੀਆਂ ਬਾਰੇ ਕੀ ਕਹਾਂਗੇ। ਅਤੇ ਇਹ ਤਾਂ ਸਿਰਫ ਆਰੰਭਕ ਵਾਕ ਹੀ ਹੈ, ਬਾਕੀ ਦੀ ਪੋਥੀ ਤੇ ਅਜੇ ਖੋਲ੍ਹੀ ਹੀ ਨਹੀਂ। ਵੱਡੀ ਗੱਲ ਇਹ ਹੈ ਕਿ ਗੁਰੂ ਅਰਜਨ ਪਾਤਸ਼ਾਹ ਨੂੰ ਪੋਥੀ ਸਾਹਿਬ ਤਿਆਰ ਕਰਨ ਵੇਲੇ ਜਾਂ ਕਿਸੇ ਹੋਰ ਵੇਲੇ ਨਾ ਇਹਨਾਂ ਪੋਥੀਆਂ ਦੀ ਲੋੜ ਸੀ, ਨਾ ਕੋਈ ਜ਼ਰੂਰਤ। ਤਾਂ ਹਕੀਕੀ ਸੰਭਾਵਨਾ ਦਰਅਸਲ ਇਹ ਜਾਪਦੀ ਹੈ ਕਿ ਇਹ ਪੋਥੀਆਂ ਸਾਡੇ ਗੁਰੂਆਂ ਤੋਂ ਇਲਾਵਾ ਕਿਸੇ ਹੋਰ ਜਾਂ ਹੋਰਾਂ ਦੀ ਕਿਰਤ ਹਨ ਅਤੇ ਪੋਥੀ ਸਾਹਿਬ ਦੇ ਗਵਾਚਣ ਤੋਂ ਬਾਅਦ ਵਿੱਚ ਲਿਖੀਆਂ ਅਤੇ ਤਿਆਰ ਕੀਤੀਆਂ ਗਈਆਂ ਸਾਡੇ ਪੁਜਾਰੀ ਤਬਕੇ ਵੱਲੋਂ। ਵਿਸ਼ੇ ਦੇ ਤੀਜੇ ਨਿਰੂਪਣ ਵੱਲ ਵਾਪਸ ਆਈਏ। ਸਿੱਖੀ ਵਿੱਚ ਪੁਜਾਰੀਵਾਦ ਦਾ ਆਗਮਨ ਜਾਂ ਪਧਾਰਨਾ ਤੇ ਵਿਵੇਚਨ ਕਰੀਏ ਕਿ ਇਹਨੇ 7 ਪੜਾਵਾਂ ਰਾਹੀਂ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਸ਼ੁੱਧੀਆਂ ਵਾਲੀ ਸਥਿਤੀ ਤੱਕ ਕਿਸ ਤਰ੍ਹਾਂ ਪਹੁੰਚਾਇਆ। ਪਹਿਲਾ ਪੜਾਅ ਸੀ ਗੁਰੂ ਅਰਜਨ ਪਾਤਸ਼ਾਹ ਨੂੰ ਸ਼ਹੀਦ ਕਰਵਾਉਣਾ
ਅਤੇ ਦੂਜਾ ਪੜਾਅ ਸੀ ਪੋਥੀ ਸਾਹਿਬ ਦੀ ਪ੍ਰਥਾਏ ਨਖਿੱਧ ਇਤਿਹਾਸਕ ਗਾਥਾ ਵਜੂਦ ਕਰਨੀ। ਤੀਜਾ ਪੜਾਅ ਸੀ ਮੂਲ ਪ੍ਰਤ ਧਾਰਮਿਕ ਗ੍ਰੰਥ ਦਾ ਖਾਤਮਾ ਕਰਨਾ ਤੇ ਉਸ ਦੀ ਥਾਂ ਤੇ ਮਿਲਾਵਟ ਭਰੇ ਵਟਾਂਦਰਾ ਗ੍ਰੰਥ ਪੈਦਾ ਕਰਨਾ। ਵਟਾਂਦਰਾ ਗ੍ਰੰਥ ਦਾ ਭਾਵ ਉਹ ਗ੍ਰੰਥ ਜੋ ਮੂਲ ਪ੍ਰਤ ਗ੍ਰੰਥ ਭਾਵ ਪੋਥੀ ਸਾਹਿਬ ਦੇ ਵੱਟੇ ਜਾਂ ਬਦਲੇ ਸਥਾਪਿਤ ਕੀਤਾ ਜਾਵੇ। ਸਾਨੂੰ ਪਤਾ ਹੈ ਕਿ ਮੂਲ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 3 ਜੜ ਰੂਪੀ ਸ਼ਾਖਾਂ, 3 ਬੁਨਿਆਦੀ ਪ੍ਰਣਾਲੀਆਂ ਹਨ। ਪਹਿਲੀ ਪੋਥੀ ਸਾਹਿਬ ਜਾਂ ਭਾਈ ਗੁਰਦਾਸ ਵਾਲੀ ਬੀੜ, ਦੂਜੀ ਭਾਈ ਬੰਨੋ ਵਾਲੀ ਬੀੜ ਜੋ ਕਿ ਪੋਥੀ ਸਾਹਿਬ ਦਾ ਪਹਿਲਾ ਅਧਿਕਾਰਤ ਉਤਾਰਾ ਹੈ। ਇਹ ਉਹ ਉਤਾਰਾ ਸੀ ਜੋ ਗੁਰੂ ਅਰਜਨ ਪਾਤਸ਼ਾਹ ਨੇ ਆਪ ਅਧਿਕਾਰਤ ਕੀਤਾ ਸੀ। ਅਤੇ ਤੀਜੀ ਪ੍ਰਣਾਲੀ ਦਮਦਮੀ ਬੀੜ ਜੋ ਕਿ ਪੋਥੀ ਸਾਹਿਬ ਦਾ ਦੁਬਾਰਾ ਸੰਪਾਦਨ ਕੀਤਾ ਸਰੂਪ ਸੀ, ਜਿਸ ਨੂੰ ਗੁਰਤਾ ਗੱਦੀ ਵਾਲੀ ਬੀੜ ਵੀ ਕਿਹਾ ਜਾਂਦਾ ਹੈ। ਇਹਨਾਂ ਤਿੰਨਾਂ ਵਿੱਚੋਂ ਆਪਣੇ ਅਸਲੀ ਰੂਪ ਵਿੱਚ ਸਾਡੇ ਪਾਸ ਇੱਕ ਵੀ ਨਹੀਂ। ਪੁਰਾਤਨ ਬੀੜਾਂ ਦੇ ਸੰਬੰਧ ਵਿੱਚ ਅਨੇਕਾਂ ਖੋਜ ਭਰਪੂਰ ਕਿਤਾਬਾਂ ਵਿੱਚੋਂ ਇੱਕ ਦਾ ਸਿਰਲੇਖ ਹੈ ਪੁਰਾਤਨ ਬੀੜਾਂ ਤੇ ਵਿਚਾਰ, ਜੋ ਕਿ ਉਦਾਸੀ ਸਵਾਮੀ ਹਰਨਾਮ ਦਾਸ ਦੀ ਲਿਖੀ ਹੈ। ਇਸ ਦਾ ਪਹਿਲਾ ਭਾਗ 1969 ਵਿੱਚ ਛਪਿਆ ਸੀ ਤੇ ਦੂਜਾ ਭਾਗ 1972 ਵਿੱਚ। ਸਫਾ 90 ਤੇ ਲਿਖਾਰੀ ਲਿਖਦਾ ਹੈ, ਖੋਜ ਕੀਤਿਆਂ ਨਾ ਕੋਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਵਾਈ ਅਤੇ ਨਾ ਹੀ ਗੁਰਤਾ ਵਾਲੀ ਬੀੜ ਮਿਲਦੀ ਹੈ, ਬਲਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੇਲੇ ਦੀ ਬੀੜ ਕੋਈ ਨਹੀਂ ਮਿਲਦੀ। ਜੋ ਮਿਲਦਾ ਹੈ ਪਿਆਰਿਓ, ਉਹ ਦਾਅਵਿਆਂ ਦਾ ਭਰਮਾਰ ਹੈ ਕਿ ਸਾਡੇ ਵਾਲੀ ਬੀੜ ਅਸਲੀ ਜਾਂ ਮੂਲ ਪ੍ਰਸਤ ਹੈ ਜਾਂ ਪ੍ਰਮਾਣਿਕ ਹੈ। ਮੂਲ ਪ੍ਰਤ ਧਾਰਮਿਕ ਗ੍ਰੰਥ ਦਾ ਖਾਤਮਾ ਕਰਨਾ ਤੇ ਉਸ ਦੀ ਥਾਂ ਤੇ ਮਿਲਾਵਟ ਭਰੇ ਵਟਾਂਦਰਾ ਗ੍ਰੰਥ ਪੈਦਾ ਕਰਨ ਦੀ ਵਾਰਤਾ ਇੱਥੇ ਆ ਕੇ ਸੰਬੰਧਿਤ ਬਣਦੀ ਹੈ, ਇੱਥੇ ਆ ਕੇ ਸੰਦਰਭ ਪਕੜਦੀ ਹੈ। ਇਹ ਉਹ 3 ਵਟਾਂਦਰਾ ਬੀੜਾਂ ਹਨ, ਗ੍ਰੰਥ ਹਨ ਜੋ ਕਿ ਸਿੱਖ ਜਗਤ ਦੇ ਹਵਾਲੇ ਕੀਤੀਆਂ ਗਈਆਂ ਹਨ। ਪਹਿਲੇ ਬਾਬਾ ਮੋਹਨ ਵਾਲੀਆਂ ਪੋਥੀਆਂ, ਦੂਜਾ ਭਾਈ ਬੰਨੋ ਵਾਲੀ ਬੀੜ ਦੇ 3 ਵੱਖ-ਵੱਖ ਸਰੂਪ, ਤੀਜੀ ਕਰਤਾਰਪੁਰੀ ਬੀੜ। ਇਹਨਾਂ ਸਾਰੀਆਂ ਵਟਾਂਦਰਾ ਬੀੜਾਂ ਬਾਰੇ ਪ੍ਰਮਾਣਿਕ ਹੋਣ ਦੇ ਦਾਅਵੇ ਹਨ। ਮਸਲਨ ਕਰਤਾਰਪੁਰੀ ਬੀੜ ਦੇ ਸੋਢੀ ਮਾਲਕਾਂ ਨੇ ਇੱਕ ਅਮਰਜੀਤ ਸਿੰਘ ਸੋਢੀ ਰਾਹੀਂ ਬਿਆਨ ਦਿੱਤਾ ਸੀ ਕਿ ਜਿਹੜੀ ਕਰਤਾਰਪੁਰੀ ਬੀੜ ਉਹਨਾਂ ਦੇ ਪਰਿਵਾਰਕ ਕਬਜ਼ੇ ਵਿੱਚ ਹੈ ਉਹ ਭਾਈ ਗੁਰਦਾਸ ਵਾਲੀ ਬੀੜ ਹੈ, ਭਾਵ ਗੁਰੂ ਅਰਜਨ ਪਾਤਸ਼ਾਹ ਵੱਲੋਂ ਤਿਆਰ ਕਰਵਾਈ ਪੋਥੀ ਸਾਹਿਬ ਹੀ ਹੈ। 3 ਹੋਰ ਵਿਅਕਤੀ ਜਾਂ ਸੰਸਥਾਵਾਂ ਹਨ ਜਿਨ੍ਹਾਂ ਦਾ ਦਾਅਵਾ ਹੈ ਕਿ ਉਹਨਾਂ ਪਾਸ ਭਾਈ ਬੰਨੋ ਵਾਲੀ ਬੀੜ ਜੋ ਕਿ ਪੋਥੀ ਸਾਹਿਬ ਦਾ ਪਹਿਲਾ ਅਧਿਕਾਰਤ ਉਤਾਰਾ ਹੀ ਉਹ ਉਹਨਾਂ ਪਾਸ ਹੈ। ਜਿਨ੍ਹਾਂ ਖੋਜੀਆਂ ਨੇ ਇਹਨਾਂ ਬੀੜਾਂ ਦੀ ਖੋਜ ਪੜਤਾਲ ਕੀਤੀ ਹੈ, ਉਹਨਾਂ ਅਨੇਕਾਂ ਤੱਥ ਪੇਸ਼ ਕੀਤੇ ਹਨ ਜਿਨ੍ਹਾਂ ਰਾਹੀਂ ਸਿੱਧ ਹੁੰਦਾ ਹੈ ਕਿ ਇਹ ਦਾਅਵੇ ਫੋਕੇ ਹਨ। ਇਹ ਉਹਨਾਂ ਖੋਜੀਆਂ ਦੀ ਸੂਚੀ ਹੈ ਜਿਨ੍ਹਾਂ ਇਸ ਵਿਸ਼ੇ ਦੀ ਪਰਖ ਪੜਤਾਲ ਕੀਤੀ ਹੈ। GB ਸਿੰਘ ਗੁਰੂ ਗ੍ਰੰਥ ਦੀਆਂ ਪ੍ਰਾਚੀਨ ਬੀੜਾਂ ਬਾਰੇ, ਭਾਈ ਰਣਧੀਰ ਸਿੰਘ ਗੁਰਸ਼ਬਦ ਵਿਕਾਸ, ਪ੍ਰੋਫੈਸਰ ਪ੍ਰੀਤਮ ਸਿੰਘ ਪਟਿਆਲਾ ਜਿਨ੍ਹਾਂ ਦਾ ਪਰਚਾ ਜਰਨਲ ਆਫ ਸਿੱਖ ਸਟੱਡੀਜ਼ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਛਾਪਿਆ ਗਿਆ ਸੀ, ਗਿਆਨੀ ਰਜਿੰਦਰ ਸਿੰਘ ਬੰਨੋ ਦਰਪਣ ਅਤੇ ਖਾਰੇ ਵਾਲੀ ਬੀੜ ਅਤੇ ਪ੍ਰੋਫੈਸਰ ਪਿਆਰ ਸਿੰਘ ਗਾਥਾ ਸ਼੍ਰੀ ਆਦਿ ਗ੍ਰੰਥ। ਇੱਕ ਤੱਥ ਜੋ ਇਹਨਾਂ ਸਾਰਿਆਂ ਨੇ ਸਾਡੇ ਸਾਹਮਣੇ ਰੱਖਿਆ ਉਹ ਇਹ ਹੈ ਕਿ ਇਹਨਾਂ ਬੀੜਾਂ ਵਿੱਚ ਫਾਲਤੂ ਰਚਨਾਵਾਂ ਹਨ, ਭਾਵ ਉਹ ਰਚਨਾਵਾਂ ਜਿਨ੍ਹਾਂ ਦਾ ਗੁਰਮਤ ਦੇ ਸਿਧਾਂਤਾਂ ਨਾਲ ਦੂਰ ਦਾ ਵਾਸਤਾ ਵੀ ਨਹੀਂ। ਜਿਸ ਬੀੜ ਬਾਰੇ ਇਹ ਦਾਅਵਾ ਹੈ ਕਿ ਇਹ ਅਸਲੀ ਭਾਈ ਬੰਨੋ ਵਾਲੀ ਬੀੜ ਹੈ, ਉਸ ਵਿੱਚ 7 ਫਾਲਤੂ ਰਚਨਾਵਾਂ ਸ਼ਮਿਲਤ ਹਨ। ਹਕੀਕਤ ਰਾਹ ਮੁਕਾਮ ਰਾਜੇ ਸ਼ਿਵਨਾਮ ਕੀ, ਜਿਤ ਦਰ ਲਖ ਮੁਹੰਮਦਾ, ਥਾਏ ਆਤਿਸ਼ ਆਬ ਖਾਕ, ਰਤਨਮਾਲਾ ਰਾਗ ਰਾਮਕਲੀ, ਰਾਗਮਾਲਾ ਚਲਿੱਤਰ ਜੋਤੀ ਜੋਤ ਸਮਾਵਣ ਕੇ,
ਅਤੇ ਸਿਆਹੀ ਦੀ ਵਿਧੀ। ਜੇ ਵਾਕਿਆ ਇਹ ਪੋਥੀ ਸਾਹਿਬ ਦਾ ਪਹਿਲਾ ਅਧਿਕਾਰਤ ਉਤਾਰਾ ਹੈ ਤਾਂ ਇਹ ਫਾਲਤੂ ਰਚਨਾਵਾਂ ਇਸ ਵਿੱਚ ਕਿਸ ਤਰ੍ਹਾਂ ਸ਼ਾਮਲ ਹੋ ਗਈਆਂ। ਜਨਵਰੀ 1918 ਵਿੱਚ ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਦੇ ਕਰਤਾ, ਉਹਨਾਂ ਵੱਲੋਂ ਪੰਥ ਸੇਵਕ ਅਖਬਾਰ ਵਿੱਚ ਉਹਨਾਂ ਦੀ ਇੱਕ ਚਿੱਠੀ ਛਪੀ ਸੀ, ਜਿਸ ਵਿੱਚ ਉਹਨਾਂ ਵੱਲੋਂ ਕਰਤਾਰਪੁਰੀ ਬੀੜ ਦੀ ਪੜਚੋਲ ਕੀਤੀ ਵਾਰਤਾ ਲਿਖੀ ਸੀ। ਇਸ ਚਿੱਠੀ ਵਿੱਚ ਉਹਨਾਂ ਕਰਤਾਰਪੁਰ ਬੀੜ ਵਿੱਚ 5 ਫਾਲਤੂ ਰਚਨਾਵਾਂ ਦਾ ਜ਼ਿਕਰ ਕੀਤਾ। ਹਕੀਕਤ ਰਾਹ ਮੁਕਾਮ ਰਾਜੇ ਸ਼ਿਵਨਾਭ ਕੀ, ਰਤਨਮਾਲਾ ਰਾਗ ਰਾਮਕਲੀ, ਰਾਗਮਾਲਾ ਚਲਿੱਤਰ ਜੋਤੀ ਜੋਤ ਸਮਾਵਣ ਕੇ, ਨਿਰੰਜਨ ਰਾਏ ਪੋਤਰਾ ਧੀਰਮਲ ਦੀ ਮਹਿਮਾ। ਧੀਰਮਲੀਏ ਉਹ ਤਬਕਾ ਸੀ ਜਿਨ੍ਹਾਂ ਨੇ ਇਹੋ ਬੀੜ ਇਹਨਾਂ ਸੋਢੀਆਂ ਤੋਂ ਪਹਿਲੇ ਆਪਣੇ ਕਬਜ਼ੇ ਵਿੱਚ ਰੱਖੀ ਸੀ। ਭਲਾ ਭਾਈ ਗੁਰਦਾਸ ਜੀ ਇਸ ਨਿਰੰਜਨ ਰਾਏ ਦੀ ਮਹਿਮਾ ਕਿਸ ਤਰ੍ਹਾਂ ਲਿਖ ਸਕਦੇ ਸੀ, ਜਦ ਕਿ ਪੋਥੀ ਸਾਹਿਬ ਦੇ ਸੰਪਾਦਨ ਵੇਲੇ ਇਸ ਦਾ ਜਨਮ ਵੀ ਨਹੀਂ ਸੀ ਹੋਇਆ। ਸੋ ਇਹ ਸਿੱਖੀ ਵਿੱਚ ਪੁਜਾਰੀਵਾਦ ਦੇ ਆਗਮਨ ਜਾਂ ਪਧਾਰਨ ਵਾਲੇ ਵਿਸ਼ੇ ਦਾ ਤੀਜਾ ਪੜਾਅ ਸੀ। ਮੂਲ ਪ੍ਰਤ ਧਾਰਮਿਕ ਗ੍ਰੰਥ ਦਾ ਖਾਤਮਾ ਕਰਨਾ ਅਤੇ ਉਸ ਦੀ ਥਾਂ 'ਤੇ ਮਿਲਾਵਟ ਭਰੇ ਵਟਾਂਦਰਾ ਗ੍ਰੰਥ ਪੈਦਾ ਕਰਨੇ। ਕਰਤਾਰਪੁਰੀ ਬੀੜ, 3 ਭਾਈ ਬੰਨੋ ਵਾਲੀਆਂ ਬੀੜਾਂ ਅਤੇ ਬਾਬਾ ਬੋਹੜ ਵਾਲੀਆਂ ਪੋਥੀਆਂ ਵਟਾਂਦਰੇ ਗ੍ਰੰਥਾਂ ਦੀ ਸ਼੍ਰੇਣੀ ਵਿੱਚ ਸਮਿਲਿਤ ਹੁੰਦੀਆਂ ਨਜ਼ਰ ਆਉਂਦੀਆਂ ਹਨ। ਇਹ ਸਾਰੀਆਂ ਬੀੜਾਂ ਵਟਾਂਦਰਾ ਗ੍ਰੰਥ ਦਾ ਹੀ ਰੂਪ ਨਜ਼ਰ ਆਉਂਦੀਆਂ ਹਨ। ਇਸ ਤੋਂ ਅਗਲਾ ਪੜਾਅ ਹੈ ਮਿਲਾਵਟ ਭਰੇ ਵਟਾਂਦਰਾ ਗ੍ਰੰਥਾਂ ਲਈ ਪ੍ਰਮਾਣਿਕਤਾ, ਔਥੈਂਟਿਸਿਟੀ ਅਤੇ ਵਿਧੀ ਅਨੁਕੂਲਤਾ ਭਾਵ ਲੈਜੀਟੀਮੇਸੀ ਪੈਦਾ ਕਰਨੀ। ਭਾਵ ਕਰਤਾਰਪੁਰੀ ਬੀੜ, 3 ਭਾਈ ਬੰਨੋ ਵਾਲੀਆਂ ਬੀੜਾਂ ਅਤੇ ਬਾਬਾ ਬੋਹੜ ਵਾਲੀਆਂ ਪੋਥੀਆਂ ਲਈ ਪ੍ਰਮਾਣਿਕਤਾ ਅਤੇ ਵਿਧੀ ਅਨੁਕੂਲਤਾ ਸਿਰਜਣੀ। ਇੱਕ ਦਾਅਵਾ ਜੋ ਕਿ ਕਰਤਾਰਪੁਰੀ ਬੀੜ, 3 ਭਾਈ ਬੰਨੋ ਵਾਲੀਆਂ ਬੀੜਾਂ ਅਤੇ ਬਾਬਾ ਬੋਹੜ ਵਾਲੀਆਂ ਪੋਥੀਆਂ ਦੀ ਪ੍ਰਥਾਏ ਕੀਤਾ ਗਿਆ ਹੈ, ਉਹ ਇਹ ਹੈ ਕਿ ਇਹਨਾਂ ਵਿੱਚ ਗੁਰੂ ਸਾਹਿਬਾਨ ਦੇ ਨਿਸ਼ਾਨ ਹਨ, ਭਾਵ ਹਸਤਾਖਰ, ਭਾਵ ਹੱਥੀਂ ਲਿਖੇ ਅੱਖਰ ਅਤੇ ਦਸਤਖਤ ਮੌਜੂਦ ਹਨ, ਜੋ ਇਸ ਗੱਲ ਦਾ ਸਬੂਤ ਹੈ ਕਿ ਬੀੜਾਂ ਪ੍ਰਮਾਣਿਕ ਹਨ, ਮੂਲ ਪ੍ਰਤ ਹਨ, ਅਸਲੀ ਹਨ। ਇਸ ਦਾਅਵੇ ਨੂੰ ਅਸੀਂ ਗੁਰੂ ਸਾਹਿਬ ਦੇ ਹਸਤਾਖਰ, ਨਿਸ਼ਾਨਾਂ ਅਤੇ ਦਸਤਖਤਾਂ ਦਾ ਚਕਮਾ ਜਾਂ ਧੋਖਾ ਕਹਿ ਸਕਦੇ ਹਾਂ, ਕਿਉਂਕਿ ਮਨ ਘੜਤ ਹੋਣ ਤੋਂ ਇਲਾਵਾ ਇਹ ਦਾਅਵਾ ਕੋਈ ਮਾਇਨੇ ਨਹੀਂ ਰੱਖਦਾ। ਦਾਅਵਾ ਇਹ ਹੈ ਕਿ ਬੀੜ ਵਿੱਚ ਆਰੰਭਕ ਵਾਕ ਗੁਰੂ ਦੀ ਹੱਥ ਲਿਖਤ ਹੈ। ਇਸ ਦਾਅਵੇ ਮੁਤਾਬਕ ਇਹ ਭਾਈ ਬੰਨੋ ਵਾਲੀ ਬੀੜ ਵਿੱਚ ਗੁਰੂ ਅਰਜਨ ਪਾਤਸ਼ਾਹ ਦਾ ਹੱਥੀਂ ਲਿਖਿਆ ਆਰੰਭਕ ਵਾਕ ਹੈ ਅਤੇ ਇਹ ਕਰਤਾਰਪੁਰੀ ਬੀੜ ਵਿੱਚ ਗੁਰੂ ਅਰਜਨ ਪਾਤਸ਼ਾਹ ਦਾ ਹੱਥੀਂ ਲਿਖਿਆ ਆਰੰਭਕ ਵਾਕ ਹੈ। ਜੇ ਕੋਈ ਸਰਸਰੀ ਢੰਗ ਨਾਲ ਵੀ ਦੇਖੇ ਤਾਂ ਜ਼ਾਹਰ ਹੁੰਦਾ ਹੈ ਕਿ ਦੋਨੋਂ ਹੱਥ ਲਿਖਤਾਂ ਵਿੱਚ ਦੀਰਘ ਅੰਤਰਾ ਹੈ, ਫਰਕ ਹੈ। ਲਫ਼ਜ਼ ਪੁਰਖ, ਨਿਰਭਉ, ਨਿਰਵੈਰ, ਅਜੂਨੀ ਅਤੇ ਗੁਰਪ੍ਰਸਾਦ ਦੇ ਸ਼ਬਦ ਜੋੜਾਂ ਵਿੱਚ ਅੰਤਰ ਹੈ। ਕਰਤਾਰਪੁਰੀ ਬੀੜ ਵਾਲੀ ਲਿਖਤ ਵਿੱਚੋਂ ਇਹਨਾਂ ਸ਼ਬਦਾਂ ਦੇ ਔਂਕੜ ਹਟਾਏ ਹੋਏ ਹਨ। ਭਾਈ ਬੰਨੋ ਵਾਲੀ ਲਿਖਤ ਵਿੱਚ ਅਜੂਨੀ ਦਾ ਰੂਪ ਅਜੀਨੀ ਹੈ। ਜੇ ਇਹ ਗੁਰੂ ਦੀ ਲਿਖਤ ਹੈ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਅਜਿਹੀ ਅਸ਼ੁੱਧੀ ਕਿਵੇਂ ਕਰ ਸਕਦਾ ਹੈ। ਭਾਈ ਬੰਨੋ ਵਾਲੀ ਲਿਖਤ ਵਿੱਚ ਗੁਰਪ੍ਰਸਾਦ ਤੋਂ ਪਹਿਲੇ ਸੱਤ ਆਉਂਦਾ ਹੈ। ਦੋਨੋਂ ਲਿਖਤਾਂ ਵਿੱਚ ਲਫ਼ਜ਼ ਗੁਰਪ੍ਰਸਾਦ ਦੀ ਲਿਖਣ ਸ਼ੈਲੀ ਅਲੱਗ ਹੈ। ਭਾਈ ਬੰਨੋ ਵਾਲੀ ਲਿਖਤ ਵਿੱਚ ਔਂਕੜ ਨਾਲ ਲਿਖਿਆ ਅਤੇ ਕਰਤਾਰਪੁਰੀ ਬੀੜ ਵਿੱਚ ਸਿਹਾਰੀ ਨਾਲ। ਸਮਾਪਤੀ ਨਤੀਜਾ ਇਹੋ ਨਿਕਲਦਾ ਹੈ ਕਿ ਇਹ ਦਾਅਵਾ ਕਿ ਇਹ ਗੁਰੂ ਵੱਲੋਂ ਲਿਖੇ ਨਿਸ਼ਾਨ ਹਨ, ਹਸਤਾਖਰ ਹਨ, ਦਸਤਖਤ ਹਨ, ਐਸਾ ਦਾਅਵਾ ਸੰਦਿਗਧ ਹੈ, ਸ਼ੱਕੀ ਹੈ ਅਤੇ ਸੰਦੇਹਪੂਰਨ ਹੈ, ਕਿਉਂਕਿ ਦੋਨੋਂ ਨਿਸ਼ਾਨ ਮੇਲ ਨਹੀਂ ਖਾਂਦੇ ਅਤੇ ਦੋਨਾਂ ਵਿੱਚ ਦੀਰਘ ਅੰਤਰੇ ਹਨ। ਦਰਅਸਲ ਪਿਆਰਿਓ, ਗੁਰੂ ਸਾਹਿਬਾਨ ਦੇ ਹਸਤਾਖਰ, ਨਿਸ਼ਾਨ ਅਤੇ ਦਸਤਖਤ ਬੀੜ ਦਾ ਜ਼ਰੂਰੀ ਹਿੱਸਾ ਹੈ। ਜਦ ਗੁਰੂ ਅਰਜਨ ਪਾਤਸ਼ਾਹ ਪੋਥੀ ਸਾਹਿਬ ਦੀ ਬੀੜ ਲਿਖਾਵਣ ਬੈਠੇ ਹੋਣਗੇ ਤਾਂ ਸੰਭਵ ਹੈ
ਕਿ ਪਾਤਸ਼ਾਹ ਨੇ ਆਪਣੇ ਹਸਤ ਕਮਲਾਂ ਨਾਲ ਅਰੰਭਕ ਵਾਕ ਪਹਿਲੇ ਸਫ਼ੇ 'ਤੇ ਲਿਖਿਆ ਹੋਵੇਗਾ ਅਤੇ ਬਾਕੀ ਦੀ ਲਿਖਤ ਦੀ ਸੇਵਾ ਭਾਈ ਗੁਰਦਾਸ ਜੀ ਨੂੰ ਸੌਂਪੀ ਹੋਵੇਗੀ, ਉਹਨਾਂ ਦੇ ਹਵਾਲੇ ਕੀਤੀ ਹੋਵੇਗੀ। ਪਰ ਜੇ ਐਸਾ ਹੋਇਆ ਹੋਵੇਗਾ ਤਾਂ ਪਾਤਸ਼ਾਹ ਦਾ ਨਿਸ਼ਾਨ ਅਤੇ ਦਸਤਖਤ ਉਸੇ ਸਫ਼ੇ, ਉਸੇ ਪੱਤਰੇ 'ਤੇ ਹੋਣਾ ਚਾਹੀਦਾ ਸੀ ਜਿੱਥੋਂ ਬਾਣੀ ਦੀ ਆਰੰਭਤਾ ਹੁੰਦੀ ਹੈ। ਪਰ ਇਸ ਭਾਈ ਬੰਨੋ ਵਾਲੀ ਕਹੀ ਜਾਂਦੀ ਬੀੜ ਵਿੱਚ ਅਤੇ ਕਰਤਾਰਪੁਰੀ ਬੀੜ ਵਿੱਚ ਐਸਾ ਨਹੀਂ ਹੈ। ਪ੍ਰੋਫੈਸਰ ਪਿਆਰ ਸਿੰਘ ਜੀ ਆਪਣੀ ਪੁਸਤਕ ਗਾਥਾ ਆਦਿ ਗ੍ਰੰਥ ਦੇ ਪੰਨਾ 457 'ਤੇ ਲਿਖਦੇ ਹਨ, ਪਾਵਨ ਬੀੜ ਦੀ ਤਿਆਰੀ ਦਾ ਕੰਮ ਆਰੰਭਣ ਲਈ ਸਤਿਗੁਰਾਂ ਦੇ ਕਰ ਕਮਲਾਂ ਨਾਲ ਮੂਲ ਮੰਤਰ ਲਿਖਵਾਉਣਾ ਬੜਾ ਵਾਜਬੀ ਕਦਮ ਸੀ। ਆਦਿ ਬੀੜ ਵਿੱਚ ਇਹ ਅਵਸ਼ ਲਿਖਿਆ ਹੋਣਾ ਹੈ, ਪਰ ਇੱਥੇ ਭਾਵ ਭਾਈ ਬੰਨੋ ਅਤੇ ਕਰਤਾਰਪੁਰੀ ਬੀੜ ਵਿੱਚ ਤਾਂ ਇਹ ਵੱਖਰੇ ਕਾਗਜ਼ 'ਤੇ ਲਿਖ ਕੇ ਫਰੇਮ ਵਾਂਗ ਜੜਿਆ ਹੋਇਆ ਹੈ। ਕਹਿਣ ਦਾ ਭਾਵ ਗੁਰੂ ਸਾਹਿਬਾਨ ਦੇ ਨਿਸ਼ਾਨਾਂ ਅਤੇ ਦਸਤਖਤਾਂ ਦਾ ਚਕਮਾ ਇਹ ਹੈ ਕਿ ਇਹ ਦਸਤਖਤ ਨਿਸ਼ਾਨ ਵੱਖਰੇ ਸਫ਼ਿਆਂ 'ਤੇ ਉਕਰ ਕੇ ਜਿਲਦ ਵਿੱਚ ਜੜੇ ਹੋਏ ਹਨ। ਇਹ ਕਰਤਾਰਪੁਰੀ ਬੀੜ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਹਸਤਾਖਰ, ਨਿਸ਼ਾਨ ਅਤੇ ਦਸਤਖਤ ਹੈ। ਇਹ ਇਸ ਬੀੜ ਦੇ ਸਫ਼ਾ 540 'ਤੇ ਦਰਜ ਦੱਸਿਆ ਜਾਂਦਾ ਹੈ ਅਤੇ ਇਹ ਭਾਈ ਬੰਨੋ ਵਾਲੀ ਬੀੜ ਵਿੱਚ ਦੋਨਾਂ ਵਿੱਚ ਦੀਰਘ ਅੰਤਰ ਹੈ। ਇੱਕ ਓਂਕਾਰ ਦਾ ਏਕਾ ਅਤੇ ਊੜਾ ਬਹੁਤ ਹੀ ਅਲੱਗ ਢੰਗ ਨਾਲ ਲਿਖਿਆ ਹੈ। ਸਤਨਾਮ ਸ਼ਬਦ ਦਾ ਸੱਸਾ, ਤੱਤਾ, ਨੰਨਾ ਅਤੇ ਮੰਮਾ ਇਸ ਢੰਗ ਨਾਲ ਪੇਸ਼ ਕੀਤਾ ਹੈ ਕਿ ਇੱਕੋ ਵਿਅਕਤੀ ਦੀ ਲਿਖਤ ਨਹੀਂ ਬਲਕਿ ਅਲੱਗ ਵਿਅਕਤੀਆਂ ਦੀਆਂ ਲਿਖਤਾਂ ਹਨ। ਗੁਰੂ ਹਰਗੋਬਿੰਦ ਪਾਤਸ਼ਾਹ ਦੇ ਨਿਸ਼ਾਨਾਂ ਬਾਰੇ ਵੀ ਪ੍ਰੋਫੈਸਰ ਪਿਆਰ ਸਿੰਘ ਲਿਖਦੇ ਹਨ ਕਿ ਨਿਸ਼ਾਨ ਵੱਖਰੇ ਸਫ਼ਿਆਂ 'ਤੇ ਉਕਰ ਕੇ ਸਫ਼ੇ ਜਲਦ ਵਿੱਚ ਜੜੇ ਹੋਏ ਹਨ। ਸੋ ਇਹ ਤਾਂ ਸਾਫ਼ ਜ਼ਾਹਿਰ ਹੈ ਕਿ ਇਹ ਹਸਤਾਖਰ, ਨਿਸ਼ਾਨ ਅਤੇ ਦਸਤਖਤ ਦੀ ਵਾਰਤਾ ਮਿਲਾਵਟ ਭਰੇ ਵਟਾਂਦਰਾ ਗ੍ਰੰਥਾਂ ਲਈ ਪ੍ਰਮਾਣਿਕਤਾ ਅਤੇ ਵਿਧੀ ਅਨੁਕੂਲਤਾ ਪੈਦਾ ਕਰਨ ਦਾ ਉਪਰਾਲਾ ਹੈ। ਦਸਤਖਤ ਵੱਖਰੇ ਸਫ਼ਿਆਂ 'ਤੇ ਉਕਰ ਕੇ ਜਿਲਦ ਵਿੱਚ ਜੜਨ ਦੀ ਕਿਰਿਆ ਤੋਂ ਇਹ ਸਿੱਧ ਹੁੰਦਾ ਹੈ ਕਿ ਅਸਲੀਅਤ ਕੁਝ ਹੋਰ ਹੈ। ਇਹਨਾਂ ਵਟਾਂਦਰਾ ਗ੍ਰੰਥਾਂ ਲਈ ਪ੍ਰਮਾਣਿਕਤਾ ਪੈਦਾ ਕਰਨ ਦਾ ਦੂਜਾ ਤਰੀਕਾ ਇਹ ਵਰਤਿਆ ਗਿਆ ਕਿ ਮਿਤੀ ਵਾਲੇ ਸੰਨ ਭਾਵ ਸਾਲ ਵਿੱਚ ਖੋਟ ਪੈਦਾ ਕੀਤੀ ਗਈ। ਇਹ ਭਾਈ ਬੰਨੋ ਵਾਲੀ ਬੀੜ ਦੇ ਤਤਕਰੇ ਵਾਲਾ ਸਫ਼ਾ ਹੈ। ਖੱਬੇ ਪਾਸੇ ਵਾਲੀ ਪਹਿਲੀ ਕਤਾਰ ਹੈ ਸੂਚੀ ਪੱਤਰ ਪੋਥੀ ਕਾ ਤਥਾ ਤਤਕਰਾ ਰਾਗਾਂ ਕਾ। ਦੂਜੀ ਕਤਾਰ ਤੋਂ ਪਤਾ ਚੱਲਦਾ ਹੈ ਕਿ ਇਹ ਸਫ਼ਾ 33 'ਤੇ ਹੈ, ਹਰੇ ਰੰਗ ਦਾ ਚੱਕਰ। ਤੀਜੀ ਕਤਾਰ ਇਸ ਗੱਲ ਦਾ ਪ੍ਰਗਟਾਵਾ ਕਰਦੀ ਹੈ ਕਿ ਇਹ ਲਿਖਤ ਲਿਖੀ ਕਦੋਂ ਸੀ। ਧਿਆਨ ਨਾਲ ਦੇਖਾਂਗੇ ਤਾਂ ਪਤਾ ਚੱਲੇਗਾ ਕਿ ਮਿਤੀ ਵਾਲੇ ਸੰਨ ਭਾਵ ਸਾਲ ਨੂੰ ਤੋੜਿਆ ਹੋਇਆ ਹੈ। ਅਸਲੀ ਸੰਨ 1699 ਨੂੰ ਭੰਨ ਕੇ 1659 ਵਿੱਚ ਤਬਦੀਲ ਕੀਤਾ ਹੋਇਆ ਹੈ। 1699 ਦਾ 9 ਵਾਲਾ ਅੰਕੜਾ 5 ਵਿੱਚ ਬਦਲ ਕੇ ਪੋਥੀ ਦੀ ਆਯੂ ਨਾਲ 40 ਸਾਲ ਜੋੜ ਦਿੱਤੇ। ਪੋਥੀ ਨੂੰ 40 ਸਾਲ ਹੋਰ ਪੁਰਾਤਨ ਕਰ ਦਿੱਤਾ। ਅਜਿਹੇ ਕਰਮਾਂ ਦਾ ਸਦਕਾ ਇਸ ਬੀੜ ਦੀ ਪ੍ਰਮਾਣਿਕਤਾ ਅਤੇ ਵਿਧੀ ਅਨੁਕੂਲਤਾ ਨੂੰ ਭਲਾ ਕੌਣ ਪ੍ਰਵਾਨ ਕਰੇਗਾ। ਸੋ ਇਹ ਵਟਾਂਦਰਾ ਗ੍ਰੰਥਾਂ ਲਈ ਪ੍ਰਮਾਣਿਕਤਾ ਪੈਦਾ ਕਰਨ ਦਾ ਦੂਜਾ ਤਰੀਕਾ ਸੀ, ਮਿਤੀ ਵਾਲੇ ਸੰਨ ਵਿੱਚ ਖੋਟ ਪੈਦਾ ਕਰਨੀ। ਤੀਜਾ ਤਰੀਕਾ ਇਹ ਸੀ ਕਿ ਇਹਨਾਂ ਬੀੜਾਂ ਲਈ, ਗ੍ਰੰਥਾਂ ਲਈ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਕਰਨੀ। ਸਾਨੂੰ ਪਤਾ ਹੈ ਕਿ ਸਰਕਾਰਾਂ ਕੋਲ ਐਸੀ ਕਾਬਲੀਅਤ ਨਹੀਂ ਹੁੰਦੀ ਕਿ ਉਹ ਕਿਸੇ ਪੁਰਾਤਨ ਗ੍ਰੰਥ ਦਾ ਅਸਲੀ ਜਾਂ ਨਕਲੀ ਹੋਣ ਦਾ ਪਰਖ ਕਰ ਸਕੇ, ਪਰ ਪੁਜਾਰੀ ਤਬਕੇ ਨੇ ਆਪਣੇ ਉਪਰਾਲੇ ਜਾਰੀ ਰੱਖੇ। ਕਰਤਾਰਪੁਰੀ ਬੀੜ ਵਾਲੇ ਸੋਢੀਆਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਯਕੀਨ ਦਿਵਾ ਦਿੱਤਾ ਸੀ ਕਿ ਉਹਨਾਂ ਦੀ ਬੀੜ ਅਸਲੀ ਪੋਥੀ ਸਾਹਿਬ ਭਾਵ ਭਾਈ ਗੁਰਦਾਸ ਵਾਲੀ ਬੀੜ ਹੀ ਹੈ। ਮਹਾਰਾਜੇ ਨੇ ਉਹਨਾਂ ਦੀ ਕਹਾਣੀ ਮੰਨ ਕੇ ਚੋਖੀ ਜਗੀਰ ਲਾ ਦਿੱਤੀ। ਸੋਢੀਆਂ ਨੂੰ 86 ਰੁਪਏ ਰੋਜ਼ਾਨਾ ਮਿਲਣ ਲੱਗ ਪਏ। 600 ਰੁਪਏ ਹਰ ਸੰਗਰਾਂਦ
ਤੇ ਹਰ ਅਮਾਵਸ ਵਾਲੇ ਦਿਨ ਮਿਲਦੇ ਸਨ। ਇੱਕ ਸਾਲਾਨਾ ਘੋੜਾ ਵੀ ਮਿਲਦਾ ਸੀ। ਇਸ ਤੋਂ ਇਲਾਵਾ ਮਹਾਰਾਜਾ ਨਰਿੰਦਰ ਸਿੰਘ ਪਟਿਆਲੇ ਵਾਲਾ ਇਸ ਬੀੜ ਨੂੰ 3 ਸਾਲ ਆਪਣੇ ਮਹਿਲਾਂ ਵਿੱਚ ਲੈ ਗਿਆ ਸੀ ਤੇ ਇਹਨਾਂ 3 ਸਾਲਾਂ ਲਈ ਉਹਨੇ ਵੀ 51 ਰੁਪਏ ਰੋਜ਼ਾਨਾ ਦੀ ਜ਼ਗੀਰ ਲਾ ਦਿੱਤੀ। ਮੰਨਣਾ ਪਵੇਗਾ ਕਿ ਚੋਖੀ ਜ਼ਗੀਰ ਸੀ, ਪਰ ਇਸ ਤੋਂ ਵੀ ਜ਼ਰੂਰੀ ਸੱਟਾ ਇਹ ਹੈ ਕਿ ਸਰਕਾਰ ਨੇ ਮਾਨਤਾ ਦੇ ਦਿੱਤੀ ਕਿ ਕਰਤਾਰਪੁਰ ਵਾਲੀ ਬੀੜ ਪ੍ਰਮਾਣਿਕ ਹੈ, ਅਸਲੀ ਹੈ, ਭਾਈ ਗੁਰਦਾਸ ਦੀ ਲਿਖੀ ਹੋਈ ਹੈ। ਜੇ ਇਹ ਮਾਨਤਾ ਨਹੀਂ ਸੀ ਤਾਂ ਫਿਰ ਜ਼ਗੀਰ ਕਿਸ ਤਰ੍ਹਾਂ ਲੱਗ ਗਈ? ਇੱਥੋਂ ਤੱਕ ਸਿੱਖੀ ਵਿੱਚ ਪੁਜਾਰੀਵਾਦ ਦੇ ਆਗਮਨ ਨਾਲ ਸੰਬੰਧਿਤ 4 ਪੜਾਵਾਂ ਦੀ ਵਿਚਾਰ ਕਰ ਚੁੱਕੇ ਹਾਂ। ਪਹਿਲਾ ਇਹ ਕਿ ਮੂਲ ਪ੍ਰਥ ਧਾਰਮਿਕ ਗ੍ਰੰਥ ਦੇ ਕਰਤੇ ਗੁਰੂ ਅਰਜਨ ਪਾਤਸ਼ਾਹ ਨੂੰ ਸ਼ਹੀਦ ਕਰਵਾਉਣਾ। ਦੂਜਾ, ਮੂਲ ਪ੍ਰਥ ਧਾਰਮਿਕ ਗ੍ਰੰਥ ਪੋਥੀ ਸਾਹਿਬ ਦੀ ਪ੍ਰਥਾਏ ਨਖਿੱਧ ਇਤਿਹਾਸਕ ਗਾਥਾ ਵਜੂਦ ਕਰਨੀ। ਤੀਜਾ, ਮੂਲ ਪ੍ਰਥ ਧਾਰਮਿਕ ਗ੍ਰੰਥ ਦਾ ਖਾਤਮਾ ਕਰਨਾ ਤੇ ਉਸ ਦੀ ਥਾਂ ਮਿਲਾਵਟ ਭਰੇ ਵਟਾਂਦਰਾ ਗ੍ਰੰਥ ਪੈਦਾ ਕਰਨੇ। ਚੌਥਾ, ਮਿਲਾਵਟ ਭਰੇ ਵਟਾਂਦਰਾ ਗ੍ਰੰਥਾਂ ਲਈ ਪ੍ਰਮਾਣਿਕਤਾ ਅਤੇ ਵਿਧੀ ਅਨੁਕੂਲਤਾ ਪੈਦਾ ਕਰਨੀ। ਪੰਜਵਾਂ ਪੜਾਅ ਹੈ ਮਿਲਾਵਟ ਭਰੇ ਵਟਾਂਦਰਾ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਬਣਾ ਕੇ ਪੇਸ਼ ਕਰਨਾ। ਅਜਿਹਾ ਮਨੋਰਥ 3 ਬੁਨਿਆਦੀ ਤਰੀਕਿਆਂ ਦੁਆਰਾ ਹਾਸਲ ਕੀਤਾ ਜਾਂਦਾ ਹੈ। ਪਹਿਲਾ ਤਰੀਕਾ ਹੈ ਜਨਤਕ ਜਾਂ ਐਲਾਨੀਆ ਦਾਅਵਾ। ਅਮਰਜੀਤ ਸਿੰਘ ਸੋਢੀ, ਜੋ ਕਿ ਕਰਤਾਰਪੁਰੀ ਬੀੜ ਦੇ ਮਾਲਕਾਂ ਦਾ ਨੁਮਾਇੰਦਾ ਸੀ, ਉਸਨੇ ਐਲਾਨ ਕਰ ਰੱਖਿਆ ਹੈ ਕਿ ਕਰਤਾਰਪੁਰੀ ਬੀੜ ਉਹ ਬੀੜ ਹੈ ਜੋ ਗੁਰੂ ਅਰਜਨ ਜੀ ਨੇ ਲਿਖਵਾਈ ਤੇ ਭਾਈ ਗੁਰਦਾਸ ਜੀ ਨੇ ਲਿਖੀ ਸੀ। ਦੂਜਾ ਤਰੀਕਾ ਹੈ ਇਤਿਹਾਸਕ ਵਾਰਦਾਤਾਂ ਦੇ ਆਸਰੇ ਜਾਂ ਸਹਾਰੇ। ਮਸਲਨ ਗਿਆਨੀ ਗਿਆਨ ਸਿੰਘ ਤਵਾਰੀਖ ਰਾਜ ਖਾਲਸਾ ਪੰਨਾ 62 ਤੇ ਲਿਖਦਾ ਹੈ ਕਿ 1760 ਵਿੱਚ ਬਾਬਾ ਦੀਪ ਸਿੰਘ ਨੇ ਕਰਤਾਰਪੁਰ ਜਾ ਕੇ ਦਮਦਮੀ ਬੀੜ ਨੂੰ ਕਰਤਾਰਪੁਰੀ ਬੀੜ ਦੀ ਕਸਵੱਟੀ ਲਾ ਕੇ ਸੋਧਿਆ। 20ਵੀਂ ਸਦੀ ਦੇ ਮੁੱਢਲਿਆਂ ਦਹਾਕਿਆਂ ਵਿੱਚ ਨਿਰਮਲਾ ਭਾਈ ਵੀਰ ਸਿੰਘ, ਭਾਈ ਜੋਧ ਸਿੰਘ ਅਤੇ ਗਿਆਨੀ ਮਹਾਂ ਸਿੰਘ ਹੋਰਾਂ ਨੇ ਚੀਫ ਖਾਲਸਾ ਦੀਵਾਨ ਦੇ ਖਾਲਸਾ ਅਖਬਾਰ ਵਿੱਚ ਇੱਕ ਲੇਖਾਂ ਦਾ ਭਰਮਾਰ ਛਾਪਿਆ, ਇਹ ਸਿੱਧ ਕਰਨ ਲਈ ਕਿ ਕਰਤਾਰਪੁਰੀ ਬੀੜ ਵਾਕਿਆ ਭਾਈ ਗੁਰਦਾਸ ਵਾਲੀ ਬੀੜ ਹੈ। ਵਟਾਂਦਰਾ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਬਣਾ ਕੇ ਪੇਸ਼ ਕਰਨ ਦਾ ਤੀਜਾ ਤਰੀਕਾ ਹੈ ਸੰਸਥਿਕ ਮਾਨਤਾ ਦਾ ਆਸਰਾ ਤੇ ਸਹਾਰਾ ਲੈਣਾ। ਭਾਵ ਸਿੱਖ ਜਗਤ ਦੀਆਂ ਸੰਸਥਾਵਾਂ ਤੇ ਜ਼ੋਰ ਪਾਉਣਾ ਕਿ ਉਹ ਵਟਾਂਦਰਾ ਗ੍ਰੰਥ ਨੂੰ ਇਹ ਮਾਨਤਾ ਦੇਣ। 1951 ਵਿੱਚ ਸਿੱਖ ਪੁਜਾਰੀ ਤਬਕੇ ਦੇ ਅਸਰ ਰਸੂਖ ਵਿੱਚ ਆ ਕੇ SGPC ਵੱਲੋਂ ਸਥਾਪਿਤ ਕੀਤੀ ਕਮੇਟੀ ਨੇ ਕਰਤਾਰਪੁਰੀ ਬੀੜ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਮੰਨਿਆ। ਹਾਲਾਂਕਿ ਇਸ ਬੀੜ ਬਾਰੇ ਵਿਦਵਾਨਾਂ ਅਤੇ ਖੋਜੀਆਂ ਨੇ ਅਣਗਿਣਤ ਸਵਾਲ, ਦੁਬਿਧਾਵਾਂ ਅਤੇ ਸ਼ੰਕੇ ਸਿੱਖ ਜਗਤ ਦੇ ਸਾਹਮਣੇ ਲਿਆਂਦੇ ਸਨ। ਤਾਂ ਜੋ ਸਰੋਤਿਆਂ ਨੂੰ ਪਤਾ ਚੱਲ ਸਕੇ ਕਿ 1951 ਵਾਲੀ SGPC ਦੀ ਸਥਾਪਿਤ ਕੀਤੀ ਕਮੇਟੀ ਦੇ ਪ੍ਰਧਾਨ ਚੀਫ ਖਾਲਸਾ ਦੀਵਾਨ ਵਾਲੇ ਭਾਈ ਜੋਧ ਸਿੰਘ ਨੇ ਕਰਤਾਰਪੁਰੀ ਬੀੜ ਵਿਚਲੀ ਬੇਸ਼ੁਮਾਰ ਮਿਲਾਵਟ ਨੂੰ ਨਜ਼ਰਅੰਦਾਜ਼ ਕਿਸ ਤਰ੍ਹਾਂ ਦੀ ਅਣਗਹਿਲੀ ਦੁਆਰਾ ਕੀਤਾ। ਇਹ ਕੁਝ ਸਤਰਾਂ ਹਨ ਜੋ ਗਿਆਨੀ ਦਿੱਤ ਸਿੰਘ ਦੀ ਲਿਖੀ ਕਿਤਾਬ ਮੰਦਾਵਣੀ ਵਿੱਚ ਮਿਲਦੀਆਂ ਹਨ। ਪੰਡਿਤ ਕਰਤਾਰ ਸਿੰਘ ਪੁੱਛਦੇ ਪਏ ਹਨ ਕਿ ਕੋਈ ਉਹ ਬੀੜ ਵੀ ਆਧਾਰ ਬਣ ਸਕਦੀ ਹੈ ਜਿਸ ਵਿੱਚ 9ਵੇਂ ਪਾਤਸ਼ਾਹ ਦੀ ਬਾਣੀ ਨਾ ਹੋਵੇ। ਸੋ ਪੁਰਖ ਜਿਹੜਾ ਕਰਤਾਰਪੁਰੀ ਬੀੜ ਵਿੱਚ ਨਹੀਂ, ਕੀ ਉਹ ਪ੍ਰਚਲਿਤ ਬੀੜ ਵਿੱਚੋਂ ਕੱਢਿਆ ਜਾਵੇਗਾ? ਜੋ ਬੀੜ ਭਾਵ ਕਰਤਾਰਪੁਰੀ ਵਿੱਚ ਹੋਰ ਲਿਖਿਆ ਹੈ, ਭਾਵ ਫਾਲਤੂ ਰਚਨਾਵਾਂ, ਉਹ ਵੀ ਛਾਪੋਗੇ? ਭਾਈ ਜੋਧ ਸਿੰਘ ਨੇ ਜਵਾਬ ਵਿੱਚ ਕਿਹਾ, ਅਜਿਹੀ ਗੱਲ ਉਸ ਬੀੜ ਭਾਵ ਕਰਤਾਰਪੁਰੀ ਬੀੜ ਵਿੱਚ ਕੋਈ ਨਹੀਂ ਜੋ ਛਾਪੀ ਨਾ ਜਾ ਸਕੇ। ਪੰਡਿਤ ਕਰਤਾਰ ਸਿੰਘ ਕਰਤਾਰਪੁਰੀ ਬੀੜ ਵਿਚਲੀ ਅਸ਼ੁੱਧਤਾ, ਮਿਲਾਵਟ ਅਤੇ ਪਾਏ ਹੋਏ ਰਲਾਅ ਬਾਰੇ ਜਿੰਨੇ ਯੁਕਤ, ਜਾਇਜ਼ ਤੇ ਵਾਜਬ ਨੁਕਤੇ ਦਰਸਾ ਰਿਹਾ ਹੈ, ਓਨੀ ਹੀ ਅਣਗਹਿਲੀ ਤੇ ਬੇਪਰਵਾਹੀ ਨਾਲ ਜਵਾਬ ਦੇ ਰਿਹਾ ਹੈ ਭਾਈ ਜੋਧ ਸਿੰਘ ਕਿ ਅਜਿਹੀ ਗੱਲ ਉਸ ਬੀੜ ਵਿੱਚ ਕੋਈ ਹੀ ਨਹੀਂ ਜੋ ਛਾਪੀ
ਨਾ ਜਾ ਸਕੇ। ਜਦੋਂ ਵਟਾਂਦਰਾ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਬਣਾਉਣ ਵਿੱਚ ਲੋੜੀਂਦੀ ਕਾਮਯਾਬੀ ਹਾਸਲ ਹੋ ਜਾਵੇ ਤਾਂ ਫਿਰ ਅਗਲੇ ਪੜਾਅ ਦੀ ਲੋੜ ਭੱਸਦੀ ਹੈ। 6ਵਾਂ ਪੜਾਅ ਹੈ ਕਿ ਨਵੀਂ ਸਥਾਪਿਤ ਕੀਤੀ ਕਸਵੱਟੀ ਭਾਵ ਕਰਤਾਰਪੁਰੀ ਬੀੜ ਨੂੰ ਚੁਣੌਤੀ ਦੇਣ ਵਾਲਿਆਂ ਜਾਂ ਵਿਰੋਧ ਕਰਨ ਵਾਲਿਆਂ ਖੋਜੀਆਂ, ਲਿਖਾਰੀਆਂ, ਬੁੱਧੀਜੀਵੀਆਂ ਅਤੇ ਐਕੈਡਮਿਸ਼ਨਾਂ 'ਤੇ ਰੋਕਾਂ ਲਗਾਈਆਂ ਜਾਣ। ਇਹ ਮਕਸਦ ਅਨੇਕਾਂ ਤਰੀਕਿਆਂ ਦੁਆਰਾ ਹਾਸਲ ਕੀਤਾ ਜਾਂਦਾ ਅਤੇ ਕੀਤਾ ਗਿਆ। ਕਸਵੱਟੀ ਦੀ ਪਰਖ ਪੜਚੋਲ 'ਤੇ ਰੁਕਾਵਟਾਂ ਲਾਉਣੀਆਂ ਇੱਕ ਤਰੀਕਾ ਹੈ। ਭਾਈ ਕਾਨ੍ਹ ਸਿੰਘ ਨਾਭਾ ਸਿੱਖ ਜਗਤ ਦੇ ਸਭ ਤੋਂ ਮਹਾਨ ਖੋਜੀ ਨੂੰ ਸਿਰਫ 4 ਦਿਨਾਂ ਦੀ ਮੋਹਲਤ ਮਿਲੀ ਸੀ ਕਰਤਾਰਪੁਰੀ ਬੀੜ ਦੀ ਪਰਖ ਪੜਤਾਲ ਤੇ ਖੋਜ ਕਰਨ ਦੀ। ਸ਼ਾਇਦ ਇਸ ਗੱਲ ਦਾ ਗੰਭੀਰ ਭੈ ਸੀ ਕਿ ਇਸ ਬੀੜ ਦੀ ਅਸਲੀਅਤ ਸਾਹਮਣੇ ਨਾ ਆ ਜਾਵੇ। ਸਿਰਫ 94 ਵਿਅਕਤੀਆਂ ਨੂੰ ਇਸ ਬੀੜ ਦੇ ਦਰਸ਼ਨ ਕਰਨ ਦਾ ਅਵਸਰ ਮਿਲਦਾ ਹੈ। ਬਹੁਤਿਆਂ ਨੂੰ ਨਾ ਕੀਤੀ ਜਾਂਦੀ ਹੈ। ਖੋਜੀ, ਲਿਖਾਰੀ, ਬੁੱਧੀਜੀਵ ਅਤੇ ਐਕੈਡਮਿਕ ਜੋ ਇਸ ਬੀੜ ਉੱਤੇ ਸਵਾਲ ਉਠਾਉਂਦੇ ਹਨ ਉਹਨਾਂ ਦੀ ਨਿਖੇਧੀ ਕੀਤੀ ਜਾਂਦੀ ਹੈ। ਲੋੜ ਪੈਣ 'ਤੇ ਧਾਰਮਿਕ ਗੁੰਡਾਗਰਦੀ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਭਾਈ ਕਾਨ੍ਹ ਸਿੰਘ ਨਾਭਾ ਹੋਰਾਂ ਦੀ 1918 ਵਾਲੀ ਚਿੱਠੀ ਇਸ ਗੁੰਡਾਗਰਦੀ ਦੀ ਮੂੰਹ ਬੋਲਦੀ ਤਸਵੀਰ ਹੈ। ਉਹ ਲਿਖਦੇ ਹਨ, ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦਾ ਨਿਰਣਾ ਗੁਰਗਿਰਾ ਕਸੌਟੀ ਵਿੱਚ ਵਿਸਥਾਰ ਨਾਲ ਕੀਤਾ ਹੈ, ਪਰ ਇਹ ਪੋਥੀ ਮਸੱਦਾਂ ਅਤੇ ਬੁਰਸ਼ਾਂ ਦੇ ਪੱਧਰ ਦੇ ਭੈ ਤੋਂ ਹੁਣ ਤੱਕ ਪ੍ਰਕਾਸ਼ਿਤ ਨਹੀਂ ਕੀਤੀ। ਹੋਰ ਨਹੀਂ ਤੇ ਪੰਥ ਤੋਂ ਖਾਰਜ ਕਰਨ ਵਾਲੀ ਤਲਵਾਰ ਉਹਨਾਂ ਦੇ ਸਿਰ 'ਤੇ ਲਟਕਾਈ ਜਾਂਦੀ ਹੈ। ਸਾਡੀਆਂ 2 ਪ੍ਰਮੁੱਖ ਸੰਸਥਾਵਾਂ SGPC ਤੇ ਅਕਾਲ ਤਖਤ ਜੋ ਕਿ ਸਿੱਖ ਪੁਜਾਰੀਵਾਦ ਦੇ ਅਸਰ ਰਸੂਖ ਹੇਠ ਆ ਕੇ ਇੰਜ ਜਾਪਦਾ ਹੈ ਕਿ ਸਿੱਖ ਪੁਜਾਰੀਵਾਦ ਦੇ ਮਰਕਜ਼ ਦਾ ਰੂਪ ਧਾਰਨ ਕਰ ਚੁੱਕੀਆਂ ਹਨ ਨੇ ਇਸ ਤਲਵਾਰ ਨੂੰ ਵਰਤਣ ਦਾ ਸੰਕੋਚ ਨਹੀਂ ਕੀਤਾ। ਕਰਤਾਰਪੁਰੀ ਬੀੜ ਦਾ ਸੱਚ ਸਿੱਖ ਜਗਤ ਦੇ ਸਾਹਮਣੇ ਲਿਆਉਣ ਦੇ ਅਪਰਾਧ ਵਿੱਚ ਡਾਕਟਰ ਪਿਆਰ ਸਿੰਘ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪੰਜਾਬੀ ਬੋਲੀ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰੋਫੈਸਰ ਸਨ, ਉਹਨਾਂ ਨੂੰ 1993 ਵਿੱਚ ਪੰਥ ਤੋਂ ਛੇਕਿਆ ਗਿਆ ਸੀ। ਗੁਰਬਾਣੀ ਦੇ ਖੋਜੀ GB ਸਿੰਘ ਵੀ ਸ਼ਾਇਦ ਇਹੀ ਅਸਰ ਹੋਣਾ ਸੀ ਉਹਨਾਂ ਦਾ ਜੇਕਰ 1959 ਵਿੱਚ ਉਹਨਾਂ ਦੀ ਮੌਤ ਨਾ ਹੁੰਦੀ। ਜਦ ਨਵੀਂ ਸਥਾਪਿਤ ਕੀਤੀ ਕਸਵੱਟੀ ਭਾਵ ਕਰਤਾਰਪੁਰੀ ਬੀੜ ਨੂੰ ਚੁਣੌਤੀ ਦੇਣ ਵਾਲਿਆਂ ਜਾਂ ਵਿਰੋਧ ਕਰਨ ਵਾਲਿਆਂ ਦਾ ਖਾਤਮਾ ਹੋ ਜਾਵੇ ਤਾਂ ਫਿਰ ਇਹ ਸਾਰੀ ਪ੍ਰਕਿਰਿਆ 7ਵੇਂ ਤੇ ਅਖੀਰਲੇ ਪੜਾਅ ਤੱਕ ਪਹੁੰਚ ਜਾਂਦੀ ਹੈ। ਇਹ ਪੜਾਅ ਹੈ ਧਾਰਮਿਕ ਗ੍ਰੰਥ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਨ ਤੇ ਮੁਕੰਮਲ ਤੌਰ 'ਤੇ ਆਪਣੇ ਤਹਿਤ ਕਰਨਾ, ਧਾਰਮਿਕ ਗ੍ਰੰਥ 'ਤੇ ਕਾਬੂ ਰੱਖਣਾ, ਇਸ ਦੇ ਸਾਰੇ ਪ੍ਰਬੰਧ ਤੇ ਨਿਗਰਾਨੀ ਤਹਿਤ ਕਰਨੀ ਤੇ ਤਹਿਤ ਰੱਖਣੀ। ਮੁਕਤਸਰ ਰੂਪ ਵਿੱਚ ਸਾਰੇ 7 ਪੜਾਅ ਪੇਸ਼ ਕਰਾਂ। ਪਹਿਲੇ ਮੂਲ ਪ੍ਰਤ ਧਾਰਮਿਕ ਗ੍ਰੰਥ ਦੇ ਕਰਤੇ ਗੁਰੂ ਅਰਜਨ ਜੀ ਨੂੰ ਸ਼ਹੀਦ ਕਰਵਾਉਣਾ। ਦੂਜਾ ਮੂਲ ਪ੍ਰਤ ਧਾਰਮਿਕ ਗ੍ਰੰਥ ਪੋਥੀ ਸਾਹਿਬ ਦੀ ਪ੍ਰਥਾਏ ਨਖਿੱਧ ਇਤਿਹਾਸਕ ਗਾਥਾ ਵਜੂਦ ਕਰਨੀ। ਤੀਜਾ ਮੂਲ ਪ੍ਰਤ ਧਾਰਮਿਕ ਗ੍ਰੰਥ ਦਾ ਖਾਤਮਾ ਕਰਨਾ ਤੇ ਉਸ ਦੀ ਥਾਂ ਤੇ ਮਿਲਾਵਟ ਭਰੇ ਵਟਾਂਦਰਾ ਗ੍ਰੰਥ ਪੈਦਾ ਕਰਨੇ। ਚੌਥਾ ਮਿਲਾਵਟ ਭਰੇ ਵਟਾਂਦਰਾ ਗ੍ਰੰਥਾਂ ਲਈ ਪ੍ਰਮਾਣਿਕਤਾ ਅਤੇ ਵਿਧੀ ਅਨੁਕੂਲਤਾ ਪੈਦਾ ਕਰਨੀ। ਪੰਜਵਾਂ ਮਿਲਾਵਟ ਭਰੇ ਵਟਾਂਦਰਾ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਬਣਾਉਣਾ। ਛੇਵਾਂ ਨਵੀਂ ਸਥਾਪਿਤ ਕੀਤੀ ਕਸਵੱਟੀ ਨੂੰ ਚੁਣੌਤੀ ਦੇਣ ਵਾਲਿਆਂ ਜਾਂ ਵਿਰੋਧ ਕਰਨ ਵਾਲਿਆਂ 'ਤੇ ਰੋਕਾਂ ਲਾਉਣੀਆਂ। ਅਤੇ ਸੱਤਵਾਂ ਧਾਰਮਿਕ ਗ੍ਰੰਥ ਨੂੰ ਪੂਰਨ ਤੌਰ 'ਤੇ ਆਪਣੇ ਤਹਿਤ ਕਰਨਾ। ਸਾਡੀ ਅਜੋਕੀ ਸਥਿਤੀ ਇਹ ਹੈ, ਭਾਵ ਅੱਜ ਅਸੀਂ ਇੱਥੇ ਖੜ੍ਹੇ ਹਾਂ ਕਿ ਸਿਰਫ SGPC ਤੇ ਅਕਾਲ ਤਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੈ ਚੁੱਕੀਆਂ ਅਸ਼ੁੱਧੀਆਂ ਦਾ ਉਪਾਅ ਕਰ ਸਕਦੇ ਹਨ। ਸਿਰਫ ਇਹਨਾਂ ਨੂੰ ਅਧਿਕਾਰ ਹੈ, ਕਾਰਨ ਪੰਥਕ ਪ੍ਰਵਾਨਗੀ ਹੈ। ਸਿੱਖ ਜਗਤ ਅਸ਼ੁੱਧੀਆਂ ਦੇ ਉਪਾਅ ਦਾ ਉਪਰਾਲਾ ਤਾਂ ਹੀ ਕਬੂਲ ਕਰੇਗਾ ਜੇ ਇਹ ਉਦਮ SGPC ਕਰੇਗੀ। ਪਰੰਤੂ ਅਸਲ ਵਿੱਚ ਜੋ ਅਸੀਂ ਕਹਿ ਰਹੇ ਹਾਂ ਉਹ ਇਹ ਹੈ
ਕਿ ਸਿਰਫ ਪੁਜਾਰੀ ਤਬਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੈ ਚੁੱਕੀਆਂ ਅਸ਼ੁੱਧੀਆਂ ਦਾ ਉਪਾਅ ਕਰ ਸਕਦਾ ਹੈ। ਕਾਰਨ ਸਿਰਫ ਇਹਨਾਂ ਨੂੰ ਅਧਿਕਾਰ ਹੈ। ਅਜਿਹੇ ਸਿੱਟੇ 'ਤੇ ਪਹੁੰਚਣ ਦਾ ਕਾਰਨ ਇਹੋ ਹੈ ਕਿ SGPC ਤੇ ਅਕਾਲ ਤਖਤ ਜੋ SGPC ਦੇ ਅਧੀਨ ਹੈ, ਸਿੱਖ ਪੁਜਾਰੀਵਾਦ ਦੇ ਮਰਕਜ਼ ਦਾ ਰੂਪ ਧਾਰਨ ਕਰ ਚੁੱਕੇ ਹਨ। ਇਹ ਦੋ ਸੰਸਥਾਵਾਂ ਸਿੱਖ ਪੁਜਾਰੀਵਾਦ ਦੀ ਰੂਹ ਬਣ ਕੇ ਰਹਿ ਗਈਆਂ ਜਾਪਦੀਆਂ ਹਨ। ਦੋਨੋਂ ਸੰਸਥਾਵਾਂ ਸਿੱਖ ਪੁਜਾਰੀਵਾਦ ਦਾ ਮਾਨਵੀਕਰਨ ਹਨ, ਭਾਵ ਸਿੱਖ ਪੁਜਾਰੀਵਾਦ ਦੀ ਜਿੰਦ ਜਾਨ ਬਣ ਕੇ ਪੇਸ਼ ਆਉਂਦੀਆਂ ਹਨ। ਤਾਂ ਐਸੀ ਸਥਿਤੀ ਕਿਉਂ ਹੈ ਸਾਡੀ? ਕਿਉਂਕਿ ਸਿੱਖੀ ਵਿੱਚ ਪੁਜਾਰੀਵਾਦ ਦੇ ਆਗਮਨ ਵਾਲੇ ਸਾਰੇ 7 ਪੜਾਅ ਸਾਕਾਰ ਹੋ ਚੁੱਕੇ ਹਨ। ਸਾਰੇ ਪੜਾਅ ਹਕੀਕਤ ਬਣ ਗਏ ਹਨ। ਸਾਰੇ ਪੜਾਅ ਸਿਰੇ ਚੜ੍ਹ ਚੁੱਕੇ ਹਨ। ਸਾਡੀ ਅਜੋਕੀ ਧਾਰਮਿਕ ਦਸ਼ਾ, ਧਾਰਮਿਕ ਸਥਿਤੀ, ਧਾਰਮਿਕ ਮਾਹੌਲ ਅਤੇ ਧਾਰਮਿਕ ਵਾਤਾਵਰਣ ਇਹ ਹੈ ਕਿ ਜਿਹੜੀ ਸਿੱਖੀ ਅਜੋਕੇ ਸਿੱਖ ਜਗਤ ਨੇ ਅਪਣਾ ਰੱਖੀ ਹੈ, ਉਸ ਸਿੱਖੀ ਵਿੱਚ ਸਿੱਖ ਪੁਜਾਰੀ ਆਪਣੀ ਹੈਸੀਅਤ, ਆਪਣੀ ਪਦਵੀ ਅਤੇ ਆਪਣਾ ਰੁਤਬਾ ਮੁਕੰਮਲ ਅਤੇ ਪੂਰਨ ਤੌਰ 'ਤੇ ਜਮਾ ਚੁੱਕਾ ਹੈ। ਅਜਿਹੀ ਸਿੱਖੀ ਨੂੰ ਅਸੀਂ ਗੁਰੂ ਨਾਨਕ ਦੀ ਸਿੱਖੀ ਨਹੀਂ ਕਹਿ ਸਕਦੇ, ਕਿਉਂਕਿ ਗੁਰੂ ਨਾਨਕ ਦਾ ਇਹ ਮਨੋਰਥ ਨਹੀਂ ਸੀ ਕਿ ਉਹਨਾਂ ਦਾ ਸਿੱਖ ਪੁਜਾਰੀ ਦਾ ਗੁਲਾਮ ਬਣ ਕੇ ਆਪਣੀ ਰੂਹਾਨੀਅਤ ਦੇ ਰਾਹਾਂ 'ਤੇ ਚੱਲੇ। ਸਿੱਖ ਪੁਜਾਰੀ ਨੂੰ ਆਪਣੇ ਜਮਾਏ ਹੋਏ ਰੁਤਬੇ 'ਤੇ ਇੰਨਾ ਗੁਮਾਨ ਹੈ ਕਿ ਬਹੁਤੀ ਤਾਦਾਦ ਵਿੱਚ ਕਿਸੇ ਵਿਰਲੇ ਨੂੰ ਛੱਡ ਕੇ ਸਾਡੇ ਗ੍ਰੰਥੀ, ਰਾਗੀ, ਢਾਡੀ, ਪ੍ਰਚਾਰਕ, ਕਥਾਕਾਰ ਆਦਿ ਆਪਣੇ ਆਪ ਨੂੰ ਗੁਰੂ ਕੇ ਵਜ਼ੀਰ ਅਖਵਾਉਂਦੇ ਹਨ ਅਤੇ ਸਾਨੂੰ ਸਿੱਖ ਜਗਤ ਨੂੰ ਇਸ ਨਰਾਜ਼ਰੀ 'ਤੇ ਰਤੀ ਭਰ ਵੀ ਨਾਰਾਜ਼ਗੀ ਨਹੀਂ। ਗੁਰੂ ਕੇ ਵਜ਼ੀਰ ਭਾਵ ਗੁਰੂ ਕੇ ਮੰਤਰੀ, ਗੁਰੂ ਕੇ ਸਲਾਹਕਾਰ, ਕਿਉਂਕਿ ਵਜ਼ੀਰ ਦਾ ਕੰਮ ਹੁੰਦਾ ਹੈ ਸਲਾਹ ਦੇਣੀ। ਇਹ ਪੁਜਾਰੀ ਤਬਕਾ ਗੁਰੂ ਨੂੰ ਸਲਾਹ ਦੇਣ ਦੇ ਕਾਬਿਲ ਸਮਝਦਾ ਹੈ ਆਪਣੇ ਆਪ ਨੂੰ। ਪਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਿਰਫ 2 ਪੰਕਤੀਆਂ ਨੂੰ ਵਾਚਣ ਦੀ ਲੋੜ ਹੈ ਅਤੇ ਸਾਨੂੰ ਸੋਝੀ ਹੋ ਜਾਵੇਗੀ ਕਿ ਪੁਜਾਰੀ ਕਦੀ ਵੀ ਗੁਰੂ ਕਾ ਵਜ਼ੀਰ ਨਹੀਂ ਹੋ ਸਕਦਾ। ਆਪੇ ਸਾਹਿਬ ਆਪ ਵਜ਼ੀਰ ਅਤੇ ਏਕੋ ਸਾਹਿਬ ਏਕ ਵਜ਼ੀਰ। ਅਜੋਕਾ ਸਿੱਖ ਪੁਜਾਰੀ ਅਤੇ ਪੁਜਾਰੀਵਾਦ ਦਾ ਇੰਨਾ ਮੁਹਤਾਜ ਹੋ ਗਿਆ ਹੈ, ਇੰਨਾ ਗੁਲਾਮ ਹੋ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੈ ਚੁੱਕੀਆਂ ਅਸ਼ੁੱਧੀਆਂ ਦੇ ਮਸਲੇ ਦਾ ਹੱਲ ਲੱਭਣ ਲਈ ਅਸੀਂ ਸਿੱਖ ਪੁਜਾਰੀ 'ਤੇ ਆਸਾਂ ਮੁਰਾਦਾਂ ਲਾ ਛੱਡੀਆਂ ਹਨ। ਮਸਲੇ ਦੇ ਸਮਾਧਾਨ ਦੀ ਆਸ ਅਸੀਂ ਉਸ ਤਬਕੇ 'ਤੇ ਲਾਈ ਹੈ ਜਿਸ ਤਬਕੇ ਨੇ ਇਹ ਮਸਲਾ ਪੈਦਾ ਕਰਕੇ ਸਾਡੀ ਝੋਲੀ ਵਿੱਚ ਪਾਇਆ। ਭਾਵ ਇਹ ਮਸਲਾ ਮੂਲ ਰੂਪ ਵਿੱਚ ਪੁਜਾਰੀਵਾਦ ਦੀ ਦੇਣ ਹੈ। ਮੈਂ ਹਰ ਇੱਕ ਸਿੱਖ ਅੱਗੇ ਗੁਜ਼ਾਰਿਸ਼ ਕਰਦਾ ਹਾਂ ਕਿ ਇਸ ਵਿਸ਼ੇ ਬਾਰੇ ਗੰਭੀਰ ਰੂਪ ਵਿੱਚ ਵਿਚਾਰ ਅਤੇ ਸੋਚਣਾ ਕਰਨਾ। ਜੇ ਆਪਣੇ ਲਈ ਨਹੀਂ ਤਾਂ ਆਪਣੇ ਬੱਚਿਆਂ ਲਈ। ਅਸੀਂ ਲੰਬੇ ਸਮੇਂ ਤੋਂ ਅਵੇਸਲਤਾ ਦੀ ਨੀਂਦਰ ਸੁੱਤੇ ਪਏ ਹਾਂ। ਇੱਥੋਂ ਤੱਕ ਕਿ ਸਾਡੀ ਰੂਹਾਨੀਅਤ, ਗੁਰੂ ਨਾਨਕ ਵੱਲੋਂ ਬਖਸ਼ੀ ਹੋਈ ਸਿੱਖੀ ਸਾਡੇ ਕੋਲੋਂ ਖੋਹੀ ਗਈ ਹੈ, ਉਧਾੜੀ ਗਈ ਹੈ, ਹਾਈਜੈਕ ਕੀਤੀ ਗਈ ਹੈ। ਸਾਨੂੰ ਜਾਗਣ ਦੀ ਲੋੜ ਹੈ। ਮੇਰੀ ਗੁਜ਼ਾਰਿਸ਼ ਹੈ ਕਿ ਇਹਨਾਂ ਵੀਡੀਓਆਂ ਅਤੇ ਸੁਨੇਹਿਆਂ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਮਿੱਤਰਾਂ ਨਾਲ ਸਾਂਝੇ ਕਰੋ। ਇਹ ਸਿੱਖ ਜਗਤ ਵਿੱਚ ਜਾਗਰਤਾ ਲਿਆਉਣ ਲਈ ਬਣਾਈਆਂ ਗਈਆਂ ਹਨ, ਇਸ ਆਸ ਵਿੱਚ ਕਿ ਸਾਡੇ ਸੂਝਵਾਨ, ਖੋਜੀ, ਸਾਡੇ ਲਿਖਾਰੀ, ਸਾਡੇ ਪ੍ਰਚਾਰਕ, ਵਿਦਵਾਨ, ਪੰਥ ਦਰਦੀ, ਕੌਮ ਵਿੱਚ ਤਬਦੀਲੀ ਅਤੇ ਵਿਕਾਸ ਲਿਆਉਣ ਦੇ ਚਾਹਵਾਨ ਆਦਿ ਕਿਸੇ ਕੌਮੀ ਦਰਦ ਅਤੇ ਗੁਰਬਾਣੀ ਦੀ ਸੇਵਾ ਭਾਵਨਾ ਵਾਲੀ ਸਿੱਖ ਸੰਸਥਾ ਦੀ ਛਤਰ ਛਾਇਆ ਹੇਠ ਆ ਕੇ ਇਕੱਠੇ ਹੋਵਣ ਅਤੇ ਇਕੱਠੇ ਹੋ ਕੇ ਇਸ ਮਸਲੇ ਦਾ ਸਮਾਧਾਨ ਜਾਂ ਹੱਲ ਲੱਭਣ, ਨਾ ਕਿ ਸਾਡੀਆਂ ਫੇਲ ਹੋ ਚੁੱਕੀਆਂ ਅਤੇ ਫੇਲ ਹੋ ਰਹੀਆਂ ਸੰਸਥਾਵਾਂ ਵੱਲ ਆਸ ਲਾ ਕੇ ਬੈਠੇ ਰਹਿਣ। ਧੰਨਵਾਦ।